ਪਹਿਲਾਂ ਤਾਂ ਇੱਕ ਚੀਜ਼ ਮੈਂ ਥੋੜੀ ਜੀ ਆਪਣੇ ਤੌਰ ਤੇ ਕਲੀਅਰ ਕਰ ਲਾਂਗਾ ਕਿ ਐਸਾ ਪੰਜਾਬ ਦਾ ਕੋਈ ਦਿਨਾਂ ਦਾ ਮਾਹੌਲ ਨਹੀਂ ਦੇਖਣ ਨੂੰ ਮਿਲ ਰਿਹਾ। ਜੇ ਬਾਰਡਰ ਦੇ ਸਟੇਟ ਬਾਰਡਰ ਡਿਸਟ੍ਰਿਕਟ ਦੀ ਗੱਲ ਕਰਾਂ, ਪੂਰਾ ਪੰਜਾਬ ਹੀ ਬਾਰਡਰ ਸਟੇਟ ਆ, ਲੇਕਿਨ ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਦੀ ਗੱਲ ਕਰਾਂ ਜਾਂ ਅੰਮ੍ਰਿਤਸਰ ਦੀ ਗੱਲ ਕਰਾਂ, ਕੋਈ ਐਸੀ ਇੰਨੀ ਜ਼ਿਆਦਾ ਹਾਲਾਤ ਇਹ ਨਹੀਂ ਕਹਿ ਸਕਦੇ ਕਿ ਐਸੇ ਹਾਲਾਤ ਆ ਗਏ ਕਿ ਅੱਜ ਆਪਾਂ ਨੂੰ ਕੋਈ ਬਹੁਤ ਸਟ੍ਰਿਕਟ ਐਕਸ਼ਨ ਵਿਦਿਨ ਟਾਈਮ ਵਿਦਿਨ ਡੇ ਲੈਣਾ ਪਏਗਾ कि देश की सुरक्षा जरूरी है, इट्स नो डाउट। लेकिन देश किहदा, देश वासियों का, देशवासियों को भी तो इस चीज़ को समझाना या समझना पएगा ना। पहले इन्हां दे किसानां नूं पुछो ना अज कि वो किसानां दे मन दे विच कितने खदशे पैदा हो गए। जिहड़ा किसान सवेरे पहले ऑलरेडी अपनी जमीन दे विच BSF नूं पुछ के अंदर वड़दा है, वो अपने घर दे उहनूं ये खदशा हो गया कि पता नहीं शाम नूं मैं घर जदों जाऊंगा तो पता नहीं BSF ने मेरे पिछे आके घर भी चैकिंग करन आ जाना। पर ਅਸੀਂ ਵੇਖੀਏ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਥ੍ਰੈਟ ਬਣੀ ਹੋਈ ਹੈ ਪਾਕਿਸਤਾਨ ਵਾਲੀ ਸਾਈਡ ਤੋਂ, ਜਾਂ ਜੋ ਹਾਲਾਤ ਸਾਡੇ ਗੁਆਂਢੀ ਸੂਬਿਆਂ ਦੇ ਮੁਲਕਾਂ ਦੇ ਵਿੱਚ ਚੱਲਦੇ ਪਏ ਨੇ, ਅਫਗਾਨਿਸਤਾਨ ਦਾ ਇਸ਼ੂ ਲੈ ਲਓ, ਉੱਧਰ ਚਾਈਨਾ ਆਪਣਾ ਜਿਹੜਾ ਕਰਦਾ ਪਿਆ ਪ੍ਰਭਾਵ, ਇਸ ਤਰੀਕੇ ਦੇ ਹਾਲਾਤ ਬਣ ਰਹੇ ਆ ਕਿ ਕਿਸੇ ਵੇਲੇ ਵੀ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਬਣ ਸਕਦੀ ਹੈ। ਦੇਖੋ, ਜਿੱਥੇ ਸਾਡੇ ਵੱਡੇ ਵੱਡੇ ਸ਼ਹਿਰ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਔਰ ਅੱਗੇ ਜਾ ਭਿੱਖੀਵਿੰਡ, ਰਈਆ ਤੱਕ, ਪਠਾਨਕੋਟ ਤੱਕ ਜਿਹੜੇ ਸਾਰੇ ਸ਼ਹਿਰੀ ਇਲਾਕੇ ਨੇ ਜਿਹੜੇ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਆ ਜਾਣਗੇ। ਚਿੰਤਾ ਦੀ, ਸ਼ਹਿਰੀਆਂ ਦੀ ਚਿੰਤਾ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਕਿਉਂ ਚਿੰਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ BSF ਦੀ ਜਿਹੜੀ ਵਰਕਿੰਗ ਹੈ ਕਸ਼ਮੀਰ ਦੇ ਵਿੱਚ, ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਔਰ ਕਿਸ ਤਰੀਕੇ ਨਾਲ ਜਿਹੜੀਆਂ ਤਲਾਸ਼ੀਆਂ ਲੈਣੀਆਂ, ਔਰ ਉਹ ਕੰਮ ਜੇਕਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਇਹ ਬਹੁਤ ਮਾਰੂ ਹੈ। ਨਜ਼ਰੀਏ ਦੀ ਟਵੀਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੀ ਜਿਹੜੀ ਕੌਮਾਂਤਰੀ ਹੱਦ ਹੈ ਪਾਕਿਸਤਾਨ ਵੱਲ ਦੀ, ਜੇ ਆਪਾਂ ਗੱਲ ਕਰਦੇ ਹਾਂ ਤਾਂ BSF ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ। ਇਹਦੇ ਨਾਲ ਪੰਜਾਬ ਦੇ ਰਾਜਸੀ ਹਲਕਿਆਂ 'ਚ ਹਲਚਲ ਮਚ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਸੂਬੇ ਦੇ ਫੈਡਰਲ ਢਾਂਚੇ 'ਚ ਸਿੱਧੇ ਤੌਰ ਤੇ ਦਖਲ ਹੈ। ਇਹਦੇ ਰਾਸ਼ਟਰਪਤੀ ਰਾਜ ਦੇ ਖਦਸ਼ੇ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਤਰੀਕੇ ਨਾਲ ਹੋਰ ਕਈ ਸਵਾਲ ਹੈ ਇਸ ਮੁੱਦੇ ਨੂੰ ਲੈ ਕੇ ਜਿਹੜੇ ਉੱਠ ਰਹੇ ਹੈ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਇਹਦੇ 'ਚ ਕੁਝ ਵੀ ਗਲਤ ਨਹੀਂ ਹੈ, ਇਹ ਤਾਂ ਕੌਮਾਂਤਰੀ ਘੁਸਪੈਠ ਰੋਕਣ, ਤਸਕਰੀ ਰੋਕਣ, ਇਹਨਾਂ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਹੈ। ਕਿਸੇ ਸੂਬੇ ਲਈ ਤਾਂ ਮਲਾਈ ਵਰਗਾ ਫੈਸਲਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਜਿਹੜੇ ਚਰਚਾ ਸਾਡੇ ਖਾਸ ਮਹਿਮਾਨ ਜੁੜੇ ਹੋਏ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਰਿੰਪਲ ਮਿੱਡਾ ਜੀ, ਕਾਂਗਰਸ ਪਾਰਟੀ ਦੇ ਬੁਲਾਰੇ, ਗੁਰਪ੍ਰੀਤ ਸਿੰਘ ਚਾਵਲਾ, ਸਾਡੇ ਸੀਨੀਅਰ ਜਰਨਲਿਸਟ ਬਾਰਡਰ ਤੋਂ ਜੁੜੇ ਹੋਏ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਗੁਰਪ੍ਰੀਤ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਕਿਉਂਕਿ ਤੁਸੀਂ ਉਸ ਬਾਰਡਰ ਲਾਈਨ ਦੇ ਬਾਰਡਰ ਖੇਤਰ ਨਾਲ ਜੁੜੇ ਹੋਏ ਹੋ, ਵਸਿੰਦੇ ਹੋ, ਉੱਥੋਂ ਦੇ ਜਰਨਲਿਸਟ ਤਾਂ ਹਾਂ ਹੀ। ਜਿਹੜਾ 50 ਕਿਲੋਮੀਟਰ ਦਾ BSF ਦਾ ਫੈਸਲਾ ਕੀਤਾ ਗਿਆ, ਕਿਹਾ ਜਾ ਰਿਹਾ ਹੈ ਕਿ ਸੀਮਾ ਸੁਰੱਖਿਆ ਬਲ ਦਾ ਜਿਹੜਾ ਕਾਨੂੰਨ ਹੈ 1968 ਦੀ ਧਾਰਾ 139 ਦੇ ਵਿੱਚ 139 ਉਹਦੇ ਜਿਹੜੀ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਦੇ ਉੱਤੇ ਇੰਨਾ ਵਾਹ ਵੇਲਾ ਕਿਉਂ ਜਿਹੜੀ ਇਹ ਤਬਦੀਲੀ ਆਈ ਹੈ? ਗੁਰਪ੍ਰੀਤ ਜੀ, ਇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜੀ ਚਾਵਲਾ ਜੀ। ਜਗਤਾਰ ਜੀ, ਜੇ ਇਸ ਫੈਸਲੇ ਨੂੰ ਦੇਖੀਏ ਤੇ ਇਸ ਵੇਲੇ ਜਿਹੜਾ ਬਾਰਡਰ ਹੈ, ਇੱਕ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ, ਇੱਕ ਖੌਫ ਜਿਹੜਾ ਬੈਠ ਗਿਆ, ਇੱਕ ਵੱਖ ਤਰ੍ਹਾਂ ਦਾ ਡਰ ਹੈ। ਰੀਜ਼ਨ ਬਾਏ ਇਹਦਾ ਪਿੱਛੇ ਰੀਜ਼ਨ, ਜਿਹੜਾ ਮੁੱਖ ਰੀਜ਼ਨ ਇਹ ਹੈ ਕਿ ਜਿਹੜੇ ਬਾਰਡਰ ਦੇ ਪਿੰਡਾਂ ਦੇ ਕਿਸਾਨ ਨੇ, ਖਾਸ ਤੌਰ ਤੇ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਆਲਰੇਡੀ ਕੰਡਿਆਲੀ ਤਾਰ ਤੋਂ ਪਾਰ ਵੀ ਹੈ ਔਰ ਕੰਡਿਆਲੀ ਤਾਰ ਤੋਂ ਬਿਲਕੁਲ ਆਪਾਂ ਇਹ ਕਹਿ ਸਕਦੇ ਕਿ ਜਿੱਥੇ BSF ਦਾ ਆਲਰੇਡੀ, ਜਿੱਥੇ BSF ਸਾਰਾ ਅੰਡਰਟੇਕਿੰਗ ਕਰਦੀ ਸੀ 15 ਕਿਲੋਮੀਟਰ ਦਾ ਦਾਇਰਾ ਜਿਹਨੂੰ ਇਹ ਗਿਣਿਆ ਜਾਂਦਾ ਸੀ, ਉਹ ਕਿਸਾਨ ਉਹ ਇਲਾਕੇ ਦੇ ਵਿੱਚ ਇੱਕ ਵੱਖ ਜਿਹਾ ਮਾਹੌਲ ਹੈ। ਕਿਉਂਕਿ ਰੀਜ਼ਨ ਬਾਏ ਇਹਦਾ ਕਾਰਨ ਉਹ ਹੈ ਕਿ ਜਦੋਂ ਪਹਿਲਾਂ ਹੀ BSF ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਜਿਹੜੀਆਂ BSF ਦੀਆਂ ਗਾਈਡਲਾਈਨਸ ਉਹ ਪੰਜਾਬ ਗੌਰਮੈਂਟ ਦੀਆਂ ਗਾਈਡਲਾਈਨਸ ਤੋਂ ਬਹੁਤ ਹਟ ਕੇ ਨੇ। ਉਹਨਾਂ ਦਾ ਕੰਮ ਕਰਨ ਦਾ ਢੰਗ ਔਰ ਜਿਹੜਾ BSF ਜਿਸ ਤਰੀਕੇ ਨਾਲ ਕੰਮ ਕਰਦੀ ਹੈ, ਉਹ ਆਪਣੇ ਹਾਈ ਕਮਾਂਡ ਤੋਂ ਹੀ ਜਿਹੜੇ ਆਰਡਰਸ ਆਉਂਦੇ ਨੇ ਉਹਨਾਂ ਦੇ ਹੈੱਡਕੁਆਟਰਸ ਤੋਂ, ਔਰ BSF ਹੈੱਡਕੁਆਟਰਸ ਨੂੰ ਕੌਣ ਟੈਕਲ ਕਰ ਰਿਹਾ? ਉਹਨੂੰ ਆਲਰੇਡੀ ਕੇਂਦਰ ਸਰਕਾਰ ਕਰ ਰਹੀ ਹੈ।
ਦੂਸਰਾ ਉਹਨਾਂ ਦੇ ਮਨ ਦੇ ਵਿੱਚ ਡਰ ਇਹ ਸਤਾ ਰਿਹਾ ਕਿ ਜਿਹੜਾ ਸਮਾਂ ਇੱਕ ਪਿਛਲੇ ਕਾਲਾ ਦੌਰ ਹੰਡਾਇਆ, ਜਿਹੜਾ ਅੱਤਵਾਦ ਦਾ ਕਾਲਾ ਦੌਰ, ਉਸ ਦੌਰ ਦੇ ਵਿੱਚ ਵੀ ਇਹੀ BS ਜਿਹੜੀ ਦੂਸਰੀਆਂ ਫੋਰਸਿਸ ਸੀ, ਪੰਜਾਬ ਪੁਲਿਸ ਤੋਂ ਇਲਾਵਾ ਜਿਹੜੀਆਂ ਫੋਰਸਿਸ ਸੀ, ਉਹਨਾਂ ਨੂੰ ਜਦੋਂ ਅਧਿਕਾਰ ਵੱਧ ਦਿੱਤੇ ਗਏ ਸੀ ਤਾਂ ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਤਲਾਸ਼ੀਆਂ ਹੁੰਦੀਆਂ ਰਹੀਆਂ ਜਾਂ ਉਹਨਾਂ ਨੂੰ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਿਆ ਗਿਆ, ਤਾਂ ਉਹੀ ਮਾਹੌਲ ਦੇ ਵਿੱਚ ਅੱਜ ਉਹ ਸੋਚ ਰਹੇ ਨੇ ਲੋਕ ਕਿਤੇ ਉਹੀ ਦਿਨ ਜਾਂ ਉਹੀ ਮਾਹੌਲ ਨਾ ਦੇਖਣ ਨੂੰ ਮਿਲੇ। ਕਿਉਂਕਿ ਮੁੱਖ ਤੌਰ ਤੇ ਰੀਜ਼ਨ ਬੀਇੰਗ ਇਹਦੇ ਪਿੱਛੇ ਕਾਰਨ ਜਿਹੜਾ ਦੇਖੋ ਬਹੁਤ ਇੰਪੋਰਟੈਂਟ ਕਾਰਨ ਹੈ, ਜੇ ਇਹ ਕੇਂਦਰ ਸਰਕਾਰ ਨੇ ਸਹੀ ਫੈਸਲਾ ਲਿਆ ਨੀਅਤ ਦੇ ਨਾਲ, ਸੱਚੀ ਨੀਅਤ ਦੇ ਨਾਲ, ਤਾਂ ਬਹੁਤ ਇੰਪੋਰਟੈਂਟ ਹੈ। ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਇੱਥੇ ਲਗਾਤਾਰ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਡਰੋਨ ਐਕਟੀਵਿਟੀਜ਼ ਦੇ ਵਿੱਚ ਵਾਧਾ ਹੋਇਆ ਔਰ ਸਰਹੱਦੋਂ ਪਾਰ ਜਿਹੜਾ ਆਪਣਾ ਗਵਾਂਢੀ ਮੁਲਕ ਹੈ ਉਹਦੇ ਵੱਲੋਂ ਲਗਾਤਾਰ ਜਿਹੜੀ ਹੈ ਬੜੀ ਵੱਡੀ ਨਸ਼ੇ ਦੀ ਖੇਪ ਜਿਹੜੀ ਆ ਉਹ BSF ਵੱਲੋਂ ਜਾਂ STF ਜਿਹੜੀ ਪੰਜਾਬ ਪੁਲਿਸ ਦੀ, ਉਹਨਾਂ ਦੀਆਂ ਵੱਖ-ਵੱਖ ਜਿਹੜੀਆਂ ਸਰਚ ਆਪਰੇਸ਼ਨ ਸੀ ਜਾਂ ਜਿਹੜੇ ਉਹਨਾਂ ਦੇ ਮਿਸ਼ਨ ਸੀ ਜਾਂ ਜੋ ਵੀ ਉਹ ਆਪਣਾ ਸਰਚ ਚਲਾਉਂਦੇ ਰਹੇ ਹੈ, ਉਹਦੇ ਦੌਰਾਨ ਫੜੀਆਂ ਗਈਆਂ। ਹੁਣ ਬੇਸਿਕਲੀ ਉਹ ਚੀਜ਼ ਨੂੰ ਜੇ ਤੇ ਕਾਬੂ ਚ ਕਰਨ ਲਈ ਜਾਂ ਜਿਹੜੇ ਅੱਤਵਾਦੀ ਹਮਲੇ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ, ਇਹਨਾਂ ਬਾਰਡਰ ਡਿਸਟ੍ਰਿਕਟ ਦੀ ਗੱਲ ਕਰੀਏ, ਮੇਰੇ ਹੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਦੀਨਾਨਗਰ ਦੇ ਵਿੱਚ ਹੋਇਆ, ਦੂਸਰਾ ਪਠਾਨਕੋਟ ਦੇ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ ਜਿਹੜੇ ਪਿਛਲੇ ਸਾਲਾਂ ਦੇ ਵਿੱਚ, ਜੇ ਉਹਨਾਂ ਦੇ ਹੀ ਨਕੇਲ ਕੱਸਣੀ ਹੈ ਤਾਂ ਫਿਰ ਤੇ ਬਹੁਤ ਵਧੀਆ ਫੈਸਲਾ। ਲੇਕਿਨ ਜੇਕਰ ਕਿਸੇ ਹਰ ਇੱਕ ਇਨਸਾਨ ਨੂੰ ਜਾਂ ਇੱਕ ਪੰਜਾਬ ਪੁਲਿਸ ਦੀਆਂ ਪਾਵਰਸ ਨੂੰ ਜਾਂ ਅੱਜ ਜਿਹੜਾ ਇੱਕ ਫੈਡਰਲ ਸਿਸਟਮ ਹੈ ਸਟੇਟ ਦਾ, ਉੱਤੇ ਜੇ ਸੱਟ ਵੱਜੇਗੀ ਤਾਂ ਉਸੇ ਚੀਜ਼ ਦਾ ਡਰ ਹੈ, ਉਸ ਚੀਜ਼ ਦਾ ਹੀ ਮਨ ਦੇ ਵਿੱਚ ਖੌਫ ਹੈ। ਰੀਜ਼ਨ ਮੀਨਿੰਗ ਉਹਦੇ ਨਾਲ ਜੇ ਬਾਰਡਰ ਵਿਲੇजेस ਦੀ ਗੱਲ ਕਰ ਰਿਹਾ ਸੀ ਮੈਂ, ਤੇ ਉਹਨਾਂ ਕਿਸਾਨਾਂ ਦੀ ਗੱਲ ਕਰ ਰਿਹਾ ਜਿਹੜੇ ਆਲਰੇਡੀ ਖੇਤਾਂ ਦੇ ਵਿੱਚ ਕੰਮ ਕਰਦੇ ਔਰ BSF ਦੀ ਪਰਮਿਸ਼ਨ ਤੋਂ ਬਗੈਰ ਉਹ ਸਵੇਰੇ ਜਾ ਨਹੀਂ ਸਕਦੇ, ਆ ਨਹੀਂ ਸਕਦੇ, ਜਿਹੜੇ ਤਾਰੋਂ ਪਾਰ, ਜਿਹੜੇ ਤਾਰੋਂ ਉਰੇ ਵੀ ਆ ਉੱਥੇ ਵੀ BSF ਦੇ ਜਿਹੜੀਆਂ ਆਰਡਰਸ ਨੇ ਉਹਨਾਂ ਨੂੰ ਓਬੇ ਕਰਨੇ ਪੈਂਦੇ। ਜਦੋਂ ਕੋਈ ਸਰਚ ਆਪਰੇਸ਼ਨ ਹੁੰਦਾ ਜਾਂ BSF ਦੀ ਕੋਈ ਗਤੀਵਿਧੀ ਹੁੰਦੀ ਜਾਂ ਕੋਈ ਸੀਨੀਅਰ ਆਫੀਸਰ ਆਉਂਦਾ ਤਾਂ ਉਹਨਾਂ ਦੀ ਉੱਥੇ ਐਂਟਰੀ ਕਈ ਵਾਰੀ ਬੈਨ ਹੋ ਜਾਂਦੀ ਹੈ। ਕਰਤਾਰਪੁਰ ਕੋਰੀਡੋਰ ਦੀ ਗੱਲ ਕਰ ਲਓ ਤੁਸੀਂ, ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਰੋਡ ਤੋਂ ਐਂਟਰ ਕਰਦੇ ਹਾਂ ਤਾਂ ਪੰਜਾਬ ਪੁਲਿਸ ਦਾ ਪਹਿਲਾ ਨਾਕਾ ਤੁਹਾਨੂੰ ਦਿਖੇਗਾ, ਉਸ ਤੋਂ ਬਾਅਦ ਪੰਜਾਬ ਪੁਲਿਸ BSF ਪੁੱਛ ਕੇ BSF ਦੀ ਮਰਜ਼ੀ ਤੋਂ ਬਗੈਰ ਨਹੀਂ ਹੈਗੀ। ਆਮ ਲੋਕਾਂ ਦੀ ਐਂਟਰੀ ਤਾਂ ਤੁਸੀਂ ਦੂਰ ਹੀ ਰੱਖ ਲਓ ਕਿ ਇੱਕ ਮੰਤਰੀ ਨੂੰ ਵੀ ਕਈ ਵਾਰ ਇਦਾਂ ਨਹੀਂ ਹੁੰਦਾ ਕਿ ਕਈ ਵਾਰ ਮੰਤਰੀਆਂ ਨੂੰ ਵੀ ਜਾਣਾ ਪੈਂਦਾ, ਤਾਂ ਉੱਥੇ ਦੀ ਜਿਹੜੀ BSF ਦੀ ਟੁਕੜੀ ਹੈ ਜਾਂ ਜਿਹੜੇ ਉੱਥੋਂ ਦੇ ਕਮਾਂਡੈਂਟ ਨੇ ਉਹਨਾਂ ਕੋਲ ਜਾਂ DIG ਕੋਲ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਆਪਾਂ ਉੱਥੇ ਜਾ ਰਹੇ ਹਾਂ। ਕੁਝ ਸਮੇਂ ਲਈ ਲੰਘਾ ਵੀ ਖੋਲ ਦਿੱਤਾ ਜਿਹੜਾ ਦਰਸ਼ਨ ਵਾਸਤੇ ਦਿੱਤਾ ਜਾਂਦਾ, ਲੇਕਿਨ ਉਹ ਵੀ ਬੜੀਆਂ ਪਰਮਿਸ਼ਨਾਂ ਹੁੰਦੀਆਂ ਸਮੇਂ-ਸਮੇਂ ਤੇ। ਇੱਕ ਛੋਟੀ ਜਿਹੀ ਐਗਜ਼ਾਮਪਲਸ ਦੇ ਰਹੇ, ਜੇਕਰ BSF ਦਾ ਉਹਨਾਂ ਦੇ ਮਨ 'ਚ ਡਰ ਆ, ਅੱਜ ਬਟਾਲਾ ਦੀ ਗੱਲ ਕਰ ਲਈਏ ਆਪਾਂ, ਤੇ ਬਟਾਲੇ ਦੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ, ਜਿੱਥੇ ਡੇਰਾ ਬਾਬਾ ਨਾਨਕ ਸਰਹੱਦ ਜਦੋਂ ਕੰਡਿਆਲੀ ਤਾਰ ਦੀ ਗੱਲ ਕਰਦੇ ਤੇ ਬਟਾਲਾ ਸ਼ਹਿਰ ਜਿਹੜਾ ਉਹ ਹਾਰਡਲੀ 25 ਕਿਲੋਮੀਟਰ ਤੇ ਹੈ ਔਰ 25 ਕਿਲੋਮੀਟਰ ਦੇ ਉੱਤੇ ਜਾਂ ਪੂਰੇ ਗੁਰਦਾਸਪੁਰ ਦਾ ਦਾਇਰਾ ਕਰੀਏ ਤੇ 30 ਕਿਲੋਮੀਟਰ ਦੇ ਆਲੇ ਦੁਆਲੇ ਬਾਰਡਰ ਘੁੰਮ ਰਿਹਾ ਤੇ ਉਹ ਉਸ ਦਾਇਰੇ ਦੇ ਵਿੱਚ ਆ ਗਿਆ। ਹਰ ਇੱਕ ਇਨਸਾਨ ਸ਼ਹਿਰੀ ਵੀ ਇਸ ਚੀਜ਼ ਦੇ ਵਿੱਚ ਖੁਸ਼ ਜ਼ਰੂਰ ਹੈ ਕਿ ਜੇ ਇਹ ਨਸ਼ੇ ਦੇ ਨਕੇਲ ਪਾਉਣ ਲਈ ਹੈ, ਲੇਕਿਨ ਉਹ ਸਮਾਂ ਵੀ ਉਡੀਕ ਰਿਹਾ ਕਿ ਉਹ ਸਮਾਂ ਵੀ ਯਾਦ ਕਰ ਰਿਹਾ ਕਿ ਜਿਹੜਾ ਉਹਨੇ ਅੱਤਵਾਦ ਦੇ ਵਿੱਚ ਹੰਡਾਇਆ ਸੀ ਔਰ ਬਾਹਰ ਦੀ ਜਿਹੜੀ ਦੂਸਰੀ ਫੋਰਸਿਸ ਸੀ ਉਹ ਇੰਪਲੀਮੈਂਟ ਹੋਈਆਂ, ਤਾਂ ਉਦੋਂ ਉਹਨਾਂ ਦੇ ਨਾਲ ਮਾਹੌਲ ਕਿਵੇਂ ਦਾ ਸੀ। ਕਿਉਂਕਿ ਪੰਜਾਬ ਪੁਲਿਸ ਦੇ ਨਾਲ ਕੰਫਰਟੇਬਲ ਆ, ਸਟੇਟ ਦੀ ਪੁਲਿਸ ਆ, ਸਟੇਟ ਉਹਨੂੰ ਟੈਕਲ ਕਰ ਰਹੀ ਹੈ। ਸਟੇਟ ਪੁਲਿਸ ਜਦੋਂ ਕੋਈ ਲੋਕਲ ਮੁੱਦਾ ਹੁੰਦਾ ਤਾਂ ਸਟੇਟ ਪੁਲਿਸ ਦਾ ਤੁਸੀਂ ਕਿਸੇ ਮੰਤਰੀ ਸੰਤਰੀ ਅੱਗੇ ਜਾ ਕੇ ਤੁਸੀਂ ਗੱਲ ਰੱਖ ਸਕਦੇ ਹੋ, ਉਹਦੇ ਆਲਾ ਅਧਿਕਾਰੀ ਅੱਗੇ ਵੀ ਗੱਲ ਰੱਖ ਸਕਦੇ ਹੋ, ਲੇਕਿਨ BSF ਦੇ ਆਲਾ ਅਧਿਕਾਰੀ ਹੋਣ ਜਾਂ ਦੂਸਰੇ ਅਧਿਕਾਰੀ ਉਹਨਾਂ ਤੱਕ ਸੁਣਵਾਈ ਆਮ ਬੰਦਾ ਨਹੀਂ ਕਰ ਸਕਦਾ। ਜੀ ਜਗਤਾਰ ਜੀ ਚਾਵਲਾ ਜੀ, ਇੱਕ ਸਵਾਲ ਜਿਹੜਾ ਤੁਹਾਨੂੰ ਦਰਸ਼ਕ ਸੁਣ ਰਹੇ ਆ, ਦੇਖ ਰਹੇ ਆ, ਜੇ ਆਪਾਂ ਏਰੀਆ ਦੀ ਗੱਲ ਕਰਦੇ ਹਾਂ, ਕਿੰਨਾ ਕੁ ਏਰੀਆ ਜਿਹੜਾ ਪੰਜਾਬ ਦਾ ਪ੍ਰਭਾਵਿਤ ਹੋਏਗਾ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ, ਕਿੰਨਾ ਕੁ ਏਰੀਆ? ਕਿਉਂਕਿ 50 ਕਿਲੋਮੀਟਰ ਦੀ ਗੱਲ ਕਰਦੇ ਹਾਂ, 50 ਕਿਲੋਮੀਟਰ ਕਹਿਣ ਨੂੰ ਜ਼ਰੂਰ ਹੈ। ਦੇਖੋ ਜਗਤਾਰ ਜੀ, 50 ਕਿਲੋਮੀਟਰ ਕਹਿਣ ਨੂੰ ਬਹੁਤ ਥੋੜਾ ਲੱਗ ਰਿਹਾ, ਲੇਕਿਨ ਜੇਕਰ ਇਹ ਰਾਜਸਥਾਨ ਸਟੇਟ ਦੀ ਗੱਲ ਹੋਵੇ ਤੇ ਬਹੁਤ ਜ਼ਿਆਦਾ ਮਤਲਬ ਕੁਝ ਆਈਡੀਆ ਨਹੀਂ ਹੈ। ਕਿਉਂਕਿ ਰਾਜਸਥਾਨ ਦੇ ਬਾਰਡਰਸ ਦੀ ਜੇ ਕੰਡਿਆਲੀ ਤਾਰਾਂ ਦੀ ਗੱਲ ਕਰੀਏ ਜਾਂ ਗੁਜਰਾਤ ਦੇ ਵਾਲੇ ਪਾਸੇ ਤੁਸੀਂ ਚਲੇ ਜਾਓ, ਉਹ ਜਿਹੜੇ ਸਟੇਟਸ ਨੇ ਉਹਨਾਂ ਦੇ ਕੰਡਿਆਲੀ ਤਾਰੀਆਂ ਜਿਹੜੇ ਬਾਰਡਰਸ ਨੇ ਪਾਕਿਸਤਾਨ ਇੰਡੀਆ ਦੇ, ਉੱਥੇ ਵਸੋਂ ਬਹੁਤ ਘੱਟ, ਉੱਥੇ ਜਿਹੜੀ ਉਹ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਨੀ ਵਸੋਂ ਨਹੀਂ ਹੈਗੀ। ਲੇਕਿਨ ਪੰਜਾਬ ਦੀ ਜੇ ਤੁਸੀਂ ਗੱਲ ਕਰੋ ਤਾਂ ਪਠਾਨਕੋਟ ਤੋਂ ਸ਼ੁਰੂ ਹੋ ਜਾਓ, ਤਾਂ ਪਠਾਨਕੋਟ ਤੋਂ ਲੈ ਕੇ ਆਪਾਂ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਜਿਹੜਾ ਫਿਰੋਜ਼ਪੁਰ, ਸਾਰੀ ਬਾਰਡਰ ਪੱਟੀ ਦੀ ਗੱਲ ਕਰੋ ਤੇ ਤੁਸੀਂ ਇੱਕ
ਐਗਜ਼ਾਮਪਲ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਤੇ ਪਠਾਨਕੋਟ ਤੋਂ ਹੁਸ਼ਿਆਰਪੁਰ ਹੀ ਜੇ ਵਾਇਆ ਗੇ ਲਈਏ ਤਾਂ 50 ਕਿਲੋਮੀਟਰ ਦਾ ਵਾਇਆ ਤੇ ਉਹ ਵੀ ਹੋ ਗਿਆ, ਤੇ ਹੁਸ਼ਿਆਰਪੁਰ ਤੇ ਬਾਰਡਰ ਹੀ ਕੋਈ ਨਹੀਂ ਲੱਗਦਾ, ਤਾਂ ਫਿਰ ਉਹ ਵੀ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਕਈ ਏਰੀਏ ਦੇ ਵਿੱਚ ਗਿਣੇ ਜਾਣਗੇ। ਇਸੇ ਤਰ੍ਹਾਂ ਗੁਰਦਾਸਪੁਰ ਦੀ ਗੱਲ ਕਰੀਏ ਤੇ ਬਿਆਸ ਤੱਕ ਜਾ ਕੇ ਟੱਚ ਕਰੇਗਾ, ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਰਈਏ ਤੱਕ ਜਾ ਕੇ ਟੱਚ ਕਰੇਗਾ। ਮਤਲਬ ਕਿ ਪਿੱਛੇ ਬਚਿਆ ਕੀ, ਮਤਲਬ ਤੁਸੀਂ ਪੰਜਾਬ ਅੱਧਾ ਪੰਜਾਬ ਦਾ ਜਿਹੜਾ ਪੂਰਾ ਜਿਹੜੀ ਤੁਸੀਂ ਦਾਇਰਾ ਗਿਆ ਅੱਧਾ ਪੰਜਾਬ ਦਾ ਪੂਰਾ ਅੱਧਾ ਪੰਜਾਬ ਦੇ ਵਿੱਚ ਇਹ ਕਹਿ ਸਕਾਂਗਾ ਕਿ ਅੱਜ ਸੁਖਜਿੰਦਰ ਰੰਧਾਵਾ ਨੇ ਇੱਕ ਕਮੈਂਟ ਕੀਤਾ ਹੈ ਇਸ ਚੀਜ਼ ਦੇ ਉੱਤੇ ਕਿ ਅਣਐਲਾਨਿਆ ਐਮਰਜੈਂਸੀ ਐਲਾਨ ਕੀਤੀ ਹੈ, ਅਣਐਲਾਨੀ ਐਮਰਜੈਂਸੀ ਇਸ ਨੂੰ ਕਰਾਰ ਦਿੱਤਾ। ਤੇ ਮੈਨੂੰ ਲੱਗ ਰਿਹਾ ਕਿ ਸ਼ਾਇਦ ਜੇ ਇਹ ਪੂਰਾ ਬਾਰਡਰ ਦਾ ਅਣਐਲਾਨਿਆ ਐਮਰਜੈਂਸੀ ਇੰਨੇ ਏਰੀਏ ਦੇ ਵਿੱਚ ਤੈਅ ਹੋ ਗਈ ਤਾਂ ਇਹ ਤੇ ਫਿਰ ਬਾਕੀ ਪੰਜਾਬ ਦਾ ਰਹਿ ਕੀ ਹਿੱਸਾ, ਚੰਡੀਗੜ੍ਹ ਦੇ ਥੋੜਾ ਆਪਾਂ ਗੱਲ ਕਰ ਰਹੇ ਹਾਂ। ਜੀ ਜੀ ਬਿਲਕੁਲ ਤੁਹਾਡੀ ਗੱਲ ਆ ਗਈ ਹੈ। ਚਲੋ ਸਾਹਿਬ ਇਸੇ ਮੁੱਦੇ ਤੇ ਜਿੱਦਾਂ ਗੁਰਪ੍ਰੀਤ ਚਾਵਲਾ ਹੋਣੀ ਵੀ ਜਰਨਲਿਸਟ ਉਹਨਾਂ ਦੇ ਕਮੈਂਟ ਹੈ ਕਿ ਅੱਧਾ ਪੰਜਾਬ BSF ਦੇ ਘੇਰੇ 'ਚ ਆ ਗਿਆ, ਕਿਸ ਤਰ੍ਹਾਂ ਦੇ ਖਦਸ਼ੇ ਹੈ ਉਹ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਤੇ ਨਾਲ ਹੀ ਜਿਹੜੀ ਹਾਕਮ ਧਿਰ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਣਐਲਾਨੀ ਐਮਰਜੈਂਸੀ ਤੇ ਸਿੱਧੇ ਤੌਰ ਤੇ ਸੰਘੀ ਢਾਂਚੇ 'ਚ ਦਖਲ ਦੇ ਜਿਹੜੇ ਖਦਸ਼ੇ ਆ ਉਹਨਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜੀ ਢਿੱਲੋਂ ਸਾਹਿਬ। ਦੇਖੋ ਸਿੱਧੂ ਸਾਹਿਬ, ਰਾਜਨੀਤਿਕ ਪਾਰਟੀਆਂ ਨੇ ਤੇ ਆਪਣੀ ਰਾਜਨੀਤੀ ਕਰਨੀ ਹੈ, ਉਹਨਾਂ ਨੂੰ ਅਧਿਕਾਰ ਹੈ ਪੂਰਾ ਕਮੈਂਟਸ ਕਰਨ ਦਾ, ਪਰ ਅਸੀਂ ਵੇਖੀਏ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਥ੍ਰੈਟ ਬਣੀ ਹੋਈ ਹੈ ਪਾਕਿਸਤਾਨ ਵਾਲੀ ਸਾਈਡ ਤੋਂ, ਜਾਂ ਜੋ ਹਾਲਾਤ ਸਾਡੇ ਗੁਆਂਢੀ ਸੂਬਿਆਂ ਦੇ ਮੁਲਕਾਂ ਦੇ ਵਿੱਚ ਚੱਲਦੇ ਪਏ ਨੇ, ਅਫਗਾਨਿਸਤਾਨ ਦਾ ਇਸ਼ੂ ਲੈ ਲਓ, ਉੱਧਰ ਚਾਈਨਾ ਆਪਣਾ ਜਿਹੜਾ ਕਰਦਾ ਪਿਆ ਪ੍ਰਭਾਵ, ਇਸ ਤਰੀਕੇ ਦੇ ਹਾਲਾਤ ਬਣ ਰਹੇ ਹੈ ਕਿ ਕਿਸੇ ਵੇਲੇ ਵੀ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਬਣ ਸਕਦੀ ਹੈ। ਔਰ ਦੂਜੀ ਗੱਲ ਜਿਹੜਾ ਗੱਲ ਕਰਦੇ ਆ ਕਿ ਵਾਰ-ਵਾਰ ਉੱਧਰੋਂ ਡਰੋਨ ਦੀ ਐਂਟਰੀ ਹੁੰਦੀ ਹੈ, ਡਰੋਨ ਜਿਹੜੇ ਆ ਉਹ ਕਾਫੀ ਅੰਦਰ ਤੱਕ ਆ ਕੇ ਵੀ ਹਥਿਆਰ ਸੁੱਟ ਰਿਹਾ, ਕਿਤੇ ਨਸ਼ੇ ਸੁੱਟ ਰਿਹਾ, ਡਰੱਗਸ ਦੀ ਕਰ ਰਿਹਾ ਸਮਗਲਿੰਗ, ਉਹ ਵਾਇਆ ਡਰੋਨਸ ਹੋਣ ਲੱਗ ਗਈ। ਹੁਣ ਜਿਵੇਂ ਵੀਰ ਜੀ ਨੇ ਚਾਵਲਾ ਸਾਹਿਬ ਨੇ ਦੱਸਿਆ ਪਠਾਨਕੋਟ ਦੇ ਉੱਧਰੋਂ ਕਿਹੜਾ ਏਅਰਪੋਰਟ ਜਿਹੜਾ 에ਅਰਬੇਸ ਸੀਗਾ ਉਹਦੇ ਵਿੱਚ ਜਿਹੜੀ ਡਰੋਨ ਦਾ ਜਿਹੜਾ ਹਮਲਾ ਹੋਣਾ, ਭਾਵੇਂ ਉਹ ਛੋਟਾ ਹਮਲਾ ਸੀ ਪਰ ਉਹ ਇੱਕ ਟਰਾਇਲ ਬੇਸਿਸ ਤੇ ਕੀਤਾ ਗਿਆ ਹਮਲਾ ਆਪਾਂ ਗਿਣ ਲੈਂਦੇ ਹਾਂ। ਸੋ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਗੰਭੀਰਤਾ ਦੇ ਨਾਲ ਇਸ ਸਾਰੇ ਮੁੱਦੇ ਨੂੰ ਦੇਖ ਰਹੀ ਹੈ। ਔਰ ਦੂਜੀ ਗੱਲ, ਜਿਵੇਂ ਦੇ ਕੁਝ ਵਿਦੇਸ਼ੀ ਤਾਕਤਾਂ ਲੱਗੀਆਂ ਹੋਈਆਂ ਨੇ ਪੰਜਾਬ ਦਾ ਮਾਹੌਲ ਵੀ ਗੜਬੜਾਉਣ ਵਾਸਤੇ, ਬੜੀਆਂ ਖਬਰਾਂ ਆ ਰਹੀਆਂ ਨੇ। ਕੁਝ ਜਿਹੜਾ 80s ਦਾ ਮਾਹੌਲ ਸੀਗਾ ਉਹਦੇ ਵਿੱਚ ਦੁਬਾਰਾ ਉਹਨੂੰ ਹਵਾ ਦੇਣ ਦੀ ਕੋਸ਼ਿਸ਼ ਕੈਨੇਡਾ ਅਮਰੀਕਾ ਵਾਲੇ ਬੈਠੇ ਕੁਝ ਲੋਕ ਕਰਦੇ ਪਏ ਨੇ, ਸਾਜ਼ਿਸ਼ਾਂ ਰਚਦੇ ਪਏ ਹੈ। ਤਾਂ ਇੱਦਾਂ ਦੇ ਹਾਲਾਤ ਨਾ ਵਿਗੜਨ ਜਿਵੇਂ ਦੇ ਹਾਲਾਤ 80 ਦੇ ਦਸ਼ਕ ਦੇ ਵਿੱਚ ਸੀਗੇ ਜਾਂ 90 ਦਸ਼ਕ ਦੇ ਵਿੱਚ ਸੀਗੇ, ਇਹਨੂੰ ਦੇਖਦੇ ਹੋਏ ਸਾਰਾ ਪ੍ਰੀਕਾਸ਼ਨ ਲੈਣਾ ਪੈਂਦਾ। ਔਰ ਦੂਜੀ ਗੱਲ, ਇਹ ਇਕੱਲਾ ਪੰਜਾਬ ਦੇ ਉੱਤੇ ਨਹੀਂ ਹੈ, ਆਪਾਂ ਸਿਰਫ ਪੰਜਾਬ ਦੀ ਗੱਲ ਕਰਦੇ ਹਾਂ, ਇਹ ਪੂਰੇ ਬਾਰਡਰ ਬੈਲਟ ਦੇ ਉੱਪਰ ਇਹ ਚੀਜ਼ ਕੀਤੀ ਗਈ ਹੈ। ਇਹਦੇ 'ਚ ਜੰਮੂ ਕਸ਼ਮੀਰ ਵੀ ਆਉਂਦਾ, ਇਹਦੇ 'ਚ ਰਾਜਸਥਾਨ ਵੀ ਆਉਂਦਾ, ਗੁਜਰਾਤ ਵੀ ਆਉਂਦਾ, ਔਰ ਨਾਰਥ ਈਸਟ ਦੀਆਂ ਸਟੇਟਸ ਵੀ ਆਉਂਦੀਆਂ ਨੇ। ਕੱਲਾ ਪੰਜਾਬ ਇਹਦੇ 'ਚ ਆਉਂਦਾ। ਇੱਦਾਂ ਦਾ ਕਹਿ ਕੇ ਕਿ ਪੰਜਾਬ ਦੇ ਨਾਲ, ਕਿਉਂਕਿ ਸਾਨੂੰ ਆਦਤ ਆ ਵੀ ਅਸੀਂ ਕਹਿੰਦੇ ਨੇ ਪੰਜਾਬ ਨਾਲ ਵਿਤਕਰਾ ਕਰਦੇ ਆ ਜਾਂ ਕੁਛ ਕਰਦੇ ਆ, ਇਹ ਆਰਡਰ ਸਾਰਿਆਂ ਵਾਸਤੇ ਬਰਾਬਰ ਹੈ। 50-50 ਕਿਲੋਮੀਟਰ ਦੀ ਇੱਕ ਲਿਮਿਟ ਸਾਰਿਆਂ ਲਈ ਬਣਾਈ ਗਈ ਹੈ। ਉਹ ਗੱਲ ਠੀਕ ਹੈ ਜਿਵੇਂ ਚਾਵਲਾ ਸਾਹਿਬ ਨੇ ਖਦਸ਼ੇ ਪ੍ਰਗਟਾਏ ਕਿ ਉਹਦੇ ਵਿੱਚ ਬਹੁਤ ਸਾਰੇ ਸ਼ਹਿਰ ਆ ਜਾਣਗੇ, ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ BSF ਦਾ ਕੰਮ ਹੈ ਉਹ ਸ਼ਹਿਰ ਦੀ ਪੁਲਿਸਿੰਗ ਕਰਨਾ ਹੈ। ਉਹ ਸ਼ਹਿਰ ਦੀ ਪੁਲਿਸਿੰਗ ਕਰਨ ਵਾਸਤੇ ਨਹੀਂ ਹੈ। ਉਹ ਸਪੈਸ਼ਲ ਕੁਝ ਕੇਸਿਸ ਹੁੰਦੇ ਨੇ ਜਿੱਥੇ ਕੋਈ ਲੱਗਦਾ ਕਿ ਇਸ ਤਰੀਕੇ ਦੀ ਕੋਈ ਜਿਹੜੀ ਹੈ ਘੁਸਪੈਠ ਹੋ ਰਹੀ ਹੈ ਜਾਂ ਕੋਈ ਇਦਾਂ ਦਾ ਹੋ ਰਿਹਾ, ਉਹ ਉਸ ਚੀਜ਼ ਨੂੰ ਟੈਕਲ ਕਰਨ ਵਾਸਤੇ ਹੁੰਦੇ। ਬਾਕੀ ਜਿਹੜੇ ਨਾਰਮਲ ਰੂਟੀਨ ਦੇ ਕੇਸਿਸ ਨੇ ਜਾਂ ਨਾਰਮਲ ਰੂਟੀਨ ਦਾ ਜਿਹੜਾ ਪੁਲਿਸਿੰਗ ਸਿਸਟਮ ਹੈ ਉਹ ਉਦਾਂ ਹੀ ਚੱਲਣ ਵਾਲਾ ਹੁੰਦਾ। ਔਰ ਜਿਹੜੇ ਖਦਸ਼ਾ ਬਿਆਨ ਕਰ ਰਹੇ ਨੇ ਰੰਧਾਵਾ ਸਾਹਿਬ ਜਾਂ ਕੋਈ ਹੋਰ ਐਮਰਜੈਂਸੀ ਦਾ, ਤੇ ਐਮਰਜੈਂਸੀ ਤੇ ਇਹਨਾਂ ਨੇ ਲਿਆਂਦੀ ਸੀਗੀ ਜੀ ਜਦੋਂ ਆਪਣੀ ਸਰਕਾਰ ਬਚਾਉਣ ਵਾਸਤੇ ਇੰਦਰਾ ਗਾਂਧੀ ਨੇ ਲਾਈ ਸੀ 1975 ਦੇ ਵਿੱਚ। ਸੋ ਇਹ ਐਮਰਜੈਂਸੀ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ਇੱਥੇ ਤਾਂ ਇੰਟਰਨੈਸ਼ਨਲ ਲੈਵਲ ਤੇ ਪਤਾ ਹੈ ਕਿ ਦੇਸ਼ਾਂ ਦੇ ਹਾਲਾਤ ਕੀ ਨੇ, ਇੰਟਰਨੈਸ਼ਨਲ ਹਾਲਾਤ ਕੀ ਨੇ, ਤੇ ਸੂਬਿਆਂ ਦੇ ਹਾਲਾਤ ਕੀ ਨੇ। ਕਦਮ ਚੁੱਕਿਆ ਜਾਵੇ ਤੇ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ, ਉਹਨੂੰ ਵੈਲਕਮ ਕਰਨਾ ਚਾਹੀਦਾ। ਓਕੇ ਚਲੋ ਜੀ, ਤੁਹਾਡੀ ਗੱਲ ਆ ਗਈ, ਪਰ ਇੱਕ ਸਵਾਲ ਛੋਟਾ ਜਿਹਾ ਜ਼ਰੂਰ ਲਵਾਂਗਾ। ਇਸ ਕਰਕੇ ਵੀ ਕਈ ਵਾਰੀ ਖਦਸ਼ੇ ਪ੍ਰਗਟ ਕੀਤੇ ਜਾਂਦੇ ਹੈ ਕਿ ਗੁਜਰਾਤ ਜਿਹੜਾ ਹੈਗਾ, ਜਿੱਦਾਂ ਚਾਵਲਾ ਜੀ ਨੇ ਕਿਹਾ ਕਿ ਉੱਥੇ ਬਾਰਡਰ ਦੇ ਨਾਲ ਵਸੋਂ ਬਹੁਤ ਘੱਟ ਹੈ, ਰਾਜਸਥਾਨ ਉਹਦੇ ਨਾਲ ਵੀ ਵਸੋਂ ਬਹੁਤ ਘੱਟ ਹੈ, ਇਸ ਤਰ੍ਹਾਂ ਦਾ ਗ੍ਰਾਮ ਜਾਂ ਜੰਗਲੀ ਏਰੀਆ ਹੈਗਾ। ਤੇ ਉਹਨਾਂ ਦੀ ਜਿਹੜੀ ਗੁਜਰਾਤ ਦੀ ਜਿਹੜੀ ਹੈਗੀ ਆ ਏਰੀਆ ਸੀ, ਉਹ ਤਾਂ ਘਟਾ ਕੇ ਉਦੋਂ 15-20 ਕਿਲੋਮੀਟਰ ਘਟਾਇਆ ਗਿਆ ਜੋ ਪਹਿਲਾਂ ਸੀ। ਪੰਜਾਬ ਦਾ 15 ਤੋਂ 50 ਕਿਲੋਮੀਟਰ ਕੀਤਾ ਗਿਆ, ਕਿਉਂਕਿ ਪੰਜਾਬ ਦਾ 50 ਕਿਲੋਮੀਟਰ ਕਰਨ ਤੱਕ ਤਾਂ ਜਿੱਦਾਂ ਇਹਨਾਂ ਨੇ ਕਿਹਾ
कि रैये तक आ गई BSF, जो रैये तक BSF आके बैठेगी ਤਾਂ ਫਿਰ ਉਹ ਕਹਿੰਦੇ ਵੀ ਕਿਸੇ ਮੌਕੇ ਤੇ ਕਾਰਵਾਈਆਂ ਤਾਂ ਕਰੇਗੀ। ਵੇਖੀਏ ਜੇ ਇਹਨੂੰ ਇਸ ਤਰੀਕੇ ਨਾਲ ਵੇਖੀਏ ਕਿ ਗੁਜਰਾਤ ਦਾ ਪਹਿਲਾਂ 80 ਕਿਲੋਮੀਟਰ ਸੀਗਾ, 80 ਨੂੰ ਘਟਾ ਕੇ 50 ਕੀਤਾ, ਬਾਕੀ ਵੀ ਸਾਰਾ ਜਿਹੜਾ 50 ਦਾ ਇੱਕ ਦਾਇਰਾ ਬਣਾਤਾ ਸਾਰੀਆਂ ਸਟੇਟਾਂ ਦੇ ਵਿੱਚ ਕਿ 50 ਕਿਲੋਮੀਟਰ ਤੱਕ ਦਾ ਏਰੀਆ ਜਿਹੜਾ ਉਹ BSF ਨਿਗਰਾਨੀ ਕਰੇਗਾ, ਉਹਦੇ ਵਿੱਚ ਉਹਦੇ ਐਕਟੀਵਿਟੀਜ਼ ਉਹਦੀਆਂ ਵਧਣਗੀਆਂ। ਇਹ ਨਹੀਂ ਹੈ ਕਿ ਉੱਥੋਂ ਦੀ ਪੁਲਿਸ ਨੂੰ ਅਧਿਕਾਰ ਖੋਲੇ ਨੇ ਜਾਂ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈ। ਇਹ ਤਾਂ ਸਿਰਫ ਇੱਕ ਰਾਜਨੀਤੀ ਕਰਨ ਵਾਸਤੇ, ਮੈਂ ਕਹਿੰਦਾ ਕਾਂਗਰਸ ਪਾਰਟੀ ਦੇਸ਼ ਦੀ ਸੁਰੱਖਿਆ ਨਾਲ ਵੀ ਖਿਲਵਾੜ ਕਰਦੀ ਹੈ, ਰਾਜਨੀਤੀ ਆਪਣੀ ਰਾਜਨੀਤੀ ਕਰਨ ਵਾਸਤੇ। ਸੋ ਸੋਚਦਾ ਕਿ ਇਸ ਚੀਜ਼ ਦੀ ਗੰਭੀਰਤਾ ਨਾਲ ਸੋਚ ਕੇ ਬਿਆਨ ਦੇਣੇ ਚਾਹੀਦੇ ਆ, ਕਿਉਂਕਿ ਇਹਦੇ ਨਾਲ ਕਿਸੇ ਦਾ ਕੋਈ ਪੋਲੀਟੀਕਲ ਮੋਟਿਵ ਨਹੀਂ, ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਜੀ ਜੀ ਜੀ, ਚਲੋ ਜੀ, ਆ ਗਈ ਗੱਲ, ਬਿਲਕੁਲ ਦੇਸ਼ ਦੀ ਸੁਰੱਖਿਆ ਦੀ ਗੱਲ ਤੁਸੀਂ ਕਰ ਰਹੇ ਹੋ। ਰਿੰਪਲ ਮਿੱਠਾ, ਜਿਸ ਮੁੱਦੇ ਤੇ ਚਾਵਲਾ ਜੀ ਨੇ ਗੱਲ ਕੀਤੀ ਹੈ, ਢਿੱਲੋਂ ਸਾਹਿਬ ਨੇ ਭਾਜਪਾ ਦਾ ਜਿਹੜਾ ਵਿਊ ਪੁਆਇੰਟ ਰੱਖਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਪੰਜਾਬ 'ਚ ਗੜਬੜ ਕਰਨਾ ਚਾਹੁੰਦੀਆਂ ਹੈ। ਉਹਨਾਂ ਨੇ ਬਾਹਰਲੇ ਮੁਲਕਾਂ ਦਾ ਨਾਂ ਲੈ ਕੇ ਵੀ ਗੱਲ ਕੀਤੀ ਹੈ ਕਿ ਉੱਥੇ ਵੀ ਕੁਝ ਐਲੀਮੈਂਟ ਇਹੋ ਜਿਹੇ ਹੈ ਜਿਹੜੇ ਪੰਜਾਬ 'ਚ ਗੜਬੜ ਕਰਾਉਣੀ ਚਾਹੁੰਦੇ ਹੈ। ਤੁਹਾਨੂੰ ਲੱਗਦਾ ਹੈ ਮਿੱਠਾ ਜੀ, ਤੁਹਾਡੀ ਸਰਕਾਰ ਆ ਪੰਜਾਬ ਦੇ 'ਚ, ਕਿ ਇੱਦਾਂ ਦੀ ਕੋਈ ਗੜਬੜ ਜਿਹੜੀ ਕਿ ਹੋਣ ਦਾ ਖਦਸ਼ਾ ਜਾਂ ਪੰਜਾਬ 'ਚ ਕੋਈ ਨਿਸ਼ਾਨੀਆਂ ਨਜ਼ਰ ਆਉਂਦੀਆਂ ਜਿਹਦੇ ਕਰਕੇ ਜਿਹੜਾ ਏਰੀਆ 15 ਦੀ ਜਿਹੜੇ 50 ਕਿਲੋਮੀਟਰ BSF ਦਾ ਕੀਤਾ ਗਿਆ ਤੇ ਉਹਨੂੰ ਜਸਟੀਫਾਈ ਕੀਤਾ ਜਾ ਰਿਹਾ ਇਸ ਗੱਲ ਲਈ ਕਿ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਇਹ ਜ਼ਰੂਰੀ ਹੈ ਜੋ ਕੀਤਾ ਗਿਆ। ਜੀ ਮਿੱਠਾ ਜੀ। ਸਿੱਧੂ ਸਾਹਿਬ, ਮੈਨੂੰ ਥੋੜਾ ਸਮਾਂ ਦੇਣਾ, ਮੈਂ ਜਿਹੜੀ ਗੱਲ ਸੁਣੀ ਹੈ ਔਰ ਸੁਣਨ ਤੋਂ ਜਿਹੜੇ ਫੈਕਟਸ ਨੇ, ਕੁਝ ਫੈਕਟਸ ਤੋਂ ਪਾਸੇ ਜਾ ਰਹੀ ਹੈ ਗੱਲ ਕਿ ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਜਿੱਥੇ ਇਹਨਾਂ ਨੇ ਕੀਤੀ ਹੈ ਕਿ ਜਿਹੜੇ ਬਾਕੀ ਵੀ 4 ਜਿਹੜੇ ਸੂਬੇ ਨੇ ਔਰ ਉਹਨਾਂ ਦਾ ਵਿੱਚ ਵੀ ਜਿਹੜਾ ਇਹ ਸੇਮ ਤਰੀਕੇ ਦੀ ਜਿਹੜੀ 50 ਕਿਲੋਮੀਟਰ ਦੀ ਦਾ ਘੇਰਾ ਵਧਾਇਆ ਗਿਆ ਹੈ। ਇਹਨਾਂ ਨੇ ਇੱਕ ਗੱਲ ਵਿੱਚ ਮੰਨਿਆ ਵੀ ਹੈ ਕਿ ਗੁਜਰਾਤ ਦਾ ਘੇਰਾ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ, ਉੱਥੇ 30 ਕਿਲੋਮੀਟਰ ਘੇਰਾ ਘਟਾਇਆ ਗਿਆ। ਔਰ ਦੂਸਰੀ ਗੱਲ, ਜਿੱਥੇ ਪੰਜਾਬ ਦੇ ਸੰਬੰਧ 'ਚ ਆਪਾਂ ਗੱਲ ਕਰਦੇ ਹਾਂ, ਉਹ ਕਿਉਂ ਵੱਖਰੀ ਹੈ? ਪੰਜਾਬ ਦੇ ਸੰਬੰਧ ਵਿੱਚ ਇਹ ਗੱਲ ਇਸ ਕਰਕੇ ਵੱਖਰੀ ਹੈ ਕਿ ਲਾ ਲਓ ਇਸ ਹਿੰਦੂਪਾਲ ਕੋਟ ਜਿੱਥੋਂ ਫਾਜ਼ਿਲਕਾ ਦਾ ਸਦੀਕੀ ਬਾਰਡਰ ਹੈ ਔਰ ਹਸੈਨੀ ਵਾਲਾ, ਅਟਾਰੀ ਔਰ ਲਾਹ ਡੇਰਾ ਬਾਬਾ ਨਾਨਕ ਔਰ ਪਠਾਨਕੋਟ ਦੇ ਏਰੀਏ ਤੱਕ ਇਹ ਮੋਸਟ ਪਪੂਲੇਟਡ ਏਰੀਆ ਹੈ। ਟੋਟਲ ਦਾ ਟੋਟਲ 425 ਕਿਲੋਮੀਟਰ ਦੀ ਜਿਹੜੀ ਇਹ ਰੇਖਾ ਹੈ ਔਰ ਜਦੋਂ 425 ਕਿਲੋਮੀਟਰ ਦੀ ਰੇਖਾ ਨੂੰ 50 ਕਿਲੋਮੀਟਰ ਅੰਦਰ ਲੈ ਕੇ ਆਈਏ ਤਾਂ ਅੱਧਾ ਪੰਜਾਬ ਜਿਹੜਾ ਹੈ ਉਹ ਇਸ ਦੇ ਵਿੱਚ ਇਸ ਘੇਰੇ 'ਚ ਆ ਜਾਂਦਾ ਹੈ। ਔਰ ਨਾਲ ਦੀ ਨਾਲ ਅੱਗੇ ਚੱਲ ਕੇ ਆਪਾਂ ਜਦੋਂ ਇਹ ਗੱਲ ਕਰਦੇ ਹਾਂ ਕਿ ਦੇਖੋ, ਜਿੱਥੇ ਸਾਡੇ ਵੱਡੇ ਵੱਡੇ ਸ਼ਹਿਰ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਔਰ ਅੱਗੇ ਜਾ ਭਿੱਖੀਵਿੰਡ, ਰਈਆ ਤੱਕ, ਪਠਾਨਕੋਟ ਤੱਕ ਜਿਹੜੇ ਸਾਰੇ ਸ਼ਹਿਰੀ ਇਲਾਕੇ ਨੇ ਜਿਹੜੇ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਆ ਜਾਣਗੇ। ਔਰ ਉਸ ਤੋਂ ਇਲਾਵਾ ਇਹ ਹੜਕੰਪ ਜਿਹੜਾ ਹੈ ਇਹ ਕਿਉਂ ਮੱਚਿਆ ਹੈ ਲੋਕਾਂ ਦੇ ਮਨਾਂ ਦੇ ਵਿੱਚ? ਉਹ ਇਸ ਲਈ ਮੱਚਿਆ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਜਿਹੜਾ ਬਿਹਤਰ ਜਾਣਦਾ ਹੈ 1947 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਵੀ ਜੇ ਕੋਈ ਵਾਰਜ਼ ਹੋਈਆਂ ਔਰ ਉਸ ਦੇ ਵਿੱਚ ਪੰਜਾਬ ਨੇ ਬਹੁਤ ਜਿਹੜਾ ਮੋਹਰੀ ਹੋ ਕੇ ਪੂਰੇ ਜਿਹੜਾ ਇੰਡੀਆ ਦੇ ਅੱਗੇ ਆਪਦੀ ਇੱਕ ਤਾਣੀ ਹੈ। ਔਰ ਇਸ ਦੇ ਲਈ ਜਿਹੜਾ ਆਹ ਵੇਲਾ ਹੈ, ਇਸ ਵੇਲੇ ਦੇ ਸਾਨੂੰ ਕਤਈ ਨਹੀਂ ਲੱਗ ਰਿਹਾ ਕਿ ਪਾਕਿਸਤਾਨ ਦੇ ਵੱਲੋਂ ਕੋਈ ਬਹੁਤ ਵੱਡਾ ਹਮਲਾ ਹੋਣ ਵਾਲਾ ਹੈ। ਜੇ ਤਾਂ ਗੱਲ ਸਮਗਲਿੰਗ ਦੀ ਕਰੀਏ ਤਾਂ ਜਿੱਥੇ ਗੁਜਰਾਤ ਦੇ ਵਿੱਚ ਵੱਡੀ ਖੇਪ ਫੜੀ ਗਈ ਉਹਦਾ ਘੇਰਾ ਤਾਂ 80 ਤੋਂ ਘਟਾ ਕੇ 50 ਕਰ ਦਿੱਤਾ ਗਿਆ। ਔਰ ਜਿੱਥੇ ਜਿਹੜੀ ਇਹ ਡਰੋਨ ਦੀ ਗੱਲ ਕਰਦੇ ਆ, ਡਰੋਨ ਦਾ ਜਿਹੜਾ ਘੇਰਾ ਵਧਾਉਣ ਦੇ ਨਾਲ ਡਰੋਨ ਜਿਹੜੇ ਆ ਉਹ ਕੋਈ ਖਤਮ ਨਹੀਂ ਹੋ ਸਕਦੇ। ਡਰੋਨ ਇੱਕ ਟੈਕਨੋਲੋਜੀ ਹੈ ਔਰ ਉਸ ਨੂੰ ਡਿਫਿਊਜ਼ ਕਰਨ ਲਈ ਟੈਕਨੋਲੋਜੀ ਡਿਵੈਲਪ ਕਰਨ ਦੀ ਜ਼ਰੂਰਤ ਹੈ, ਨਾ ਕਿ ਘੇਰਾ ਵਧਾਉਣ ਦੀ। ਇਹ ਗੱਲ ਜਿਹੜੀ ਹੈ ਕਿਸੇ ਦੀ ਵੀ ਸਮਝ 'ਚ ਨਹੀਂ ਆਈ ਕਿ 50 ਕਿਲੋਮੀਟਰ ਦਾ ਘੇਰਾ ਵਧਾਉਣ ਦੇ ਨਾਲ ਕਿਸ ਤਰੀਕੇ ਨਾਲ ਡਰੋਨ ਔਰ ਸਮਗਲਿੰਗ ਤੇ ਰੋਕਥਾਮ ਲੱਗੇਗੀ। ਜੇਕਰ ਆਪਾਂ ਗੱਲ ਚਿੰਤਾ ਦੀ, ਸ਼ਹਿਰੀਆਂ ਦੀ ਚਿੰਤਾ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਕਿਉਂ ਚਿੰਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ BSF ਦੀ ਜਿਹੜੀ ਵਰਕਿੰਗ ਹੈ ਕਸ਼ਮੀਰ ਦੇ ਵਿੱਚ, ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਔਰ ਕਿਸ ਤਰੀਕੇ ਨਾਲ ਜਿਹੜੀਆਂ ਤਲਾਸ਼ੀਆਂ ਲੈਣੀਆਂ ਔਰ ਉਹ ਕੰਮ ਜੇਕਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਇਹ ਬਹੁਤ ਮਾਰੂ ਹੈ। ਔਰ ਇਹ ਜਿੱਥੇ ਸਾਡੀ ਪਹਿਲੇ ਲੜਾਈ ਸੰਘੀ ਢਾਂਚੇ ਦੇ ਲਈ, ਸੰਘੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲੰਬੀ ਲੜਾਈ ਪੰਜਾਬੀ ਲੜਦੇ ਰਹੇ ਹਨ ਔਰ ਇਹ ਜਿਹੜਾ ਹੈ ਸਾਨੂੰ ਫਿਰ ਬਹੁਤ ਜਿਹੜਾ ਸੰਘੀ ਢਾਂਚੇ ਦੇ ਵਿੱਚੋਂ ਸਾਡੇ ਅਧਿਕਾਰਾਂ ਤੋਂ ਬਿਲਕੁਲ ਸਾਨੂੰ ਵਿਚਲਿਤ ਕੀਤਾ ਜਾ ਰਿਹਾ। ਜੀ ਜੀ, ਤੁਹਾਡੀ ਗੱਲ ਆ ਗਈ। ਢਿੱਲੋਂ ਸਾਹਿਬ, ਤੁਸੀਂ ਆਪਣੇ ਕਮੈਂਟ ਕਰੋ, ਛੋਟਾ ਜਿਹਾ ਕਮੈਂਟ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਚਾਵਲਾ ਜੀ ਤੋਂ ਜ਼ਰੂਰ ਲੈਣਾ ਚਾਹੁੰਦਾ।
ਪਰ ਢਿੱਲੋਂ ਸਾਹਿਬ ਪਹਿਲਾਂ ਤੁਸੀਂ ਆਪਣੀ ਗੱਲ ਕਹਿ ਲਓ। ਜੀ ਜੀ ਢਿੱਲੋਂ ਸਾਹਿਬ। ਮੈਂ ਸਿੰਪਲ ਇੱਥੇ ਇਹ ਕਹਿਣਾ ਚਾਹੁੰਦਾ ਸਿੱਧੂ ਸਾਹਿਬ, ਜਿਹੜਾ ਦੇਸ਼ ਦੀ ਸੁਰੱਖਿਆ ਦਾ ਨਾਲ ਸੰਬੰਧਿਤ ਕੋਈ ਵੀ ਫੈਸਲਾ ਹੁੰਦਾ, ਉਹਦੇ ਵਿੱਚ ਮੇਰੇ ਹਿਸਾਬ ਨਾਲ ਆਪਾਂ ਨੂੰ ਕਿੰਤੂ ਪਰੰਤੂ ਜਾਂ ਰਾਜਨੀਤੀ ਕਰਨ ਦੀ ਲੋੜ ਨਹੀਂ ਹੁੰਦੀ। ਸੰਘੀ ਢਾਂਚੇ ਤੇ ਹਮਲਾ, ਇਹ ਹਮਲਾ ਉਹ ਹਮਲਾ ਕਰਨ ਦੇ ਬਜਾਏ, ਕਿਉਂਕਿ ਸਾਰੀਆਂ ਹੀ ਬਾਰਡਰ ਸਟੇਟਸ ਜਿਹੜੀਆਂ ਨੇ ਉਹਨਾਂ ਦਾ ਸਾਰਿਆਂ ਦਾ ਪੈਰਾਮੀਟਰ ਇੱਕੋ ਰੱਖਿਆ ਗਿਆ, 50 ਕਿਲੋਮੀਟਰ ਤੱਕ ਦਾ ਜਿਹੜਾ ਪੈਰਾਮੀਟਰ ਰੱਖਿਆ ਗਿਆ ਕਿ ਇਹਦੇ ਵਿੱਚ ਜਿਹੜਾ ਨਿਗਰਾਨੀ ਕਰਨ ਦੀ ਲੋੜ ਹੈ। ਇਹ ਸਮਝਿਆ ਗਿਆ ਕਿ ਨਿਗਰਾਨੀ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਹਾਲਾਤ ਜਿਹੜੇ ਨੇ ਮਾਕੂਲ ਬਣੇ ਹੋਏ ਨੇ ਇਸ ਟਾਈਮ, ਜਿਹੜੇ ਆਪਾਂ ਦੇਖਦੇ ਪਏ ਆ। ਇਸ ਕਰਕੇ ਇਹ ਕਹਿ ਦੇਣਾ ਕਿ ਗੁਜਰਾਤ ਦਾ ਘਟਾਇਆ ਕਿਉਂ ਦਾ, ਮੈਂ ਕਹਿੰਦਾ ਜੀ ਇੱਕ ਬਰਾਬਰ ਕਰਤਾ 50 ਕਿਲੋਮੀਟਰ ਈਚ ਸਾਰੀਆਂ ਸਟੇਟਾਂ ਦਾ ਕੀਤਾ, ਤੇ ਇਹਦੇ ਨਾਲ ਕੋਈ ਬਹੁਤ ਠੀਕ ਹੈ ਤੁਹਾਡੀ ਗੱਲ ਕਿ ਸਾਡੇ ਬਾਰਡਰ ਸਟੇਟਸ ਦੇ ਜਿਹੜਾ ਸਾਡੇ ਵੱਡੇ ਸ਼ਹਿਰ ਨੇ ਉਹਦੇ ਧਰਮ ਆ ਜਾਂਦੇ ਨੇ ਦੌਰਾਨ, ਪਰ ਉਹ ਅਲੱਗ ਚੀਜ਼ ਹੈ ਜੀ, ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। BSF ਨੇ ਆਪਦਾ ਕੰਮ ਕਰਨਾ, ਪੰਜਾਬ ਪੁਲਿਸ ਨੇ ਆਪਣਾ ਕੰਮ ਕਰਨਾ, ਪੰਜਾਬ ਗਵਰਨਮੈਂਟ ਨੇ ਆਪਣਾ ਕੰਮ ਕਰਨਾ। ਸੋ ਇਸ ਕਰਕੇ ਆਪਾਂ ਲੈ ਕੇ ਆਪਾਂ ਨਹੀਂ ਲੈ ਸਕਦੇ। ਜੀ ਜੀ ਤੁਹਾਡੀ ਗੱਲ ਆ ਗਈ। ਚਾਵਲਾ ਜੀ, ਇਸ ਮੁੱਦੇ ਤੇ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਬਾਰਡਰ ਦੇ ਉੱਤੇ ਬੈਠੇ ਹੋ, ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਕੌਮੀ ਸੁਰੱਖਿਆ ਦਾ ਮਾਮਲਾ, ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈਗਾ, ਗੜਬੜ ਦਾ ਖਦਸ਼ਾ ਬਾਹਰਲੀਆਂ ਫੋਰਸਿਸ ਵੱਲੋਂ ਵੀ, ਕੋਈ ਲੱਗਦਾ ਇਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਕੋਈ ਹੈ ਡਰ ਪਾਇਆ ਕਿ ਗੜਬੜ ਹੋ ਰਹੀ ਹੈ ਜਾਂ ਹੋ ਸਕਦੀ ਹੈ? ਦੇਖੋ ਜਗਤਾਰ ਜੀ ਦੇਖੋ, ਪਹਿਲਾਂ ਤਾਂ ਇੱਕ ਚੀਜ਼ ਮੈਂ ਥੋੜੀ ਜੀ ਆਪਣੇ ਤੌਰ ਤੇ ਕਲੀਅਰ ਕਰ ਲਾਂਗਾ ਕਿ ਐਸਾ ਪੰਜਾਬ ਦਾ ਕੋਈ ਦਿਨਾਂ ਦਾ ਮਾਹੌਲ ਨਹੀਂ ਦੇਖਣ ਨੂੰ ਮਿਲ ਰਿਹਾ। ਜੇ ਬਾਰਡਰ ਡਿਸਟ੍ਰਿਕਟ ਦੀ ਗੱਲ ਕਰਾਂ, ਪੂਰਾ ਪੰਜਾਬ ਹੀ ਬਾਰਡਰ ਸਟੇਟ ਆ, ਲੇਕਿਨ ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਦੀ ਗੱਲ ਕਰਾਂ ਜਾਂ ਅੰਮ੍ਰਿਤਸਰ ਦੀ ਗੱਲ ਕਰਾਂ, ਕੋਈ ਐਸੀ ਇੰਨੀ ਜ਼ਿਆਦਾ ਹਾਲਾਤ ਇਹ ਨਹੀਂ ਕਹਿ ਸਕਦੇ ਕਿ ਐਸੇ ਹਾਲਾਤ ਆ ਗਏ ਕਿ ਅੱਜ ਆਪਾਂ ਨੂੰ ਕੋਈ ਬਹੁਤ ਸਟ੍ਰਿਕਟ ਐਕਸ਼ਨ ਵਿਦਿਨ ਟਾਈਮ, ਵਿਦਿਨ ਡੇ ਲੈਣਾ ਪਏਗਾ। ਦੇਖੋ, ਨਾ ਹੀ ਮੈਂ ਉਮੀਦ ਰੱਖਦਾ, ਕਿਉਂਕਿ ਜਿੱਥੇ ਦੇਸ਼ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਸਟੇਟਾਂ ਬਾਅਦ ਵਿੱਚ ਨੇ, ਪੰਜਾਬੀ ਹੋਣਾ ਬਾਅਦ ਵਿੱਚ ਆ। ਮੈਂ ਪਹਿਲੇ ਖੁਦ ਭਾਰਤੀ ਹਾਂ ਔਰ ਦੇਸ਼ ਦੀ ਸੁਰੱਖਿਆ ਲਈ ਖੜਾ ਹਾਂ। ਇਸ ਕਰਕੇ ਮੈਂ ਇਹ ਗੱਲ ਕਵਾਂਗਾ ਕਿ ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ, ਇਟਸ ਨੋ ਡਾਊਟ, ਲੇਕਿਨ ਦੇਸ਼ ਕਿਹਦਾ? ਦੇਸ਼ ਵਾਸੀਆਂ ਦਾ। ਦੇਸ਼ ਵਾਸੀਆਂ ਨੂੰ ਵੀ ਤੇ ਇਸ ਚੀਜ਼ ਨੂੰ ਸਮਝਾਉਣਾ ਜਾਂ ਸਮਝਣਾ ਪਏਗਾ ਨਾ। ਪਹਿਲੇ ਤੁਸੀਂ ਇੱਕ ਚੀਜ਼ ਕਰਨ ਜਾ ਰਹੇ ਹੋ, ਦੇਖੋ ਕਮਿਊਨਿਟਿੰਗ ਪੁਲਿਸ ਜਿਹੜੀ ਹੈ ਨਾ, ਕਮਿਊਨਿਟਿੰਗ ਪੁਲਿਸ ਹੈਗੀ ਹੈ। ਪੰਜਾਬ ਪੁਲਿਸ ਜਾਂ ਕੋਈ ਵੀ ਸਟੇਟ ਦੀ ਪੁਲਿਸ ਕਮਿਊਨਿਟਿੰਗ ਪੁਲਿਸ ਚੱਲਦੀ ਹੈ, ਉਹਨਾਂ ਦਾ ਇੱਕ ਕਮਿਊਨਿਟਿੰਗ ਸਿਸਟਮ ਆ, ਉਹ ਲੋਕਾਂ ਦੇ ਨਾਲ ਰਾਬਤਾ ਕਰਦੇ ਆ। ਜੇ BSF ਦੀ ਗੱਲ ਕਰੀਏ ਤਾਂ ਕਮਿਊਨਿਟਿੰਗ ਉਹਨਾਂ ਦੀ ਉਨੀ ਸਟਰੋਂਗ ਨਹੀਂ ਹੈਗੀ ਲੋਕਾਂ ਦੇ ਨਾਲ, ਉਹਨਾਂ ਨੂੰ ਇੰਨੇ ਆਰਡਰਸ ਹੀ ਨਹੀਂ ਹੈਗੇ ਕਿ ਉਹ ਲੋਕਾਂ ਨਾਲ ਤੁਸੀਂ ਇੰਨਾ ਜ਼ਿਆਦਾ ਜਾ ਕੇ ਮਿਲਣਾ ਜੁਲਣਾ, ਠੀਕ ਹੈ। ਉਹਨਾਂ ਦਾ ਇੱਕ ਆਪਣਾ ਪ੍ਰੋਟੋਕੋਲ, ਉਹ ਪ੍ਰੋਟੋਕੋਲ ਦੇ ਵਿੱਚ ਆਲਰੇਡੀ ਲੋਕ ਜਿਹੜੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਵੱਖ ਗਿਣਦੇ ਨੇ। ਜਿਹੜੇ ਲੋਕ ਆਲਰੇਡੀ ਪਿੰਡਾਂ ਦੇ ਵਿੱਚ, ਮੈਂ ਤੁਹਾਨੂੰ ਪਹਿਲੇ ਵੀ ਜਿਵੇਂ ਜ਼ਿਕਰ ਕੀਤਾ ਕਿ ਉਹ ਪਿੰਡਾਂ ਦੇ ਕਿਸਾਨਾਂ ਨੂੰ ਪੁੱਛੋ ਨਾ ਅੱਜ ਕਿ ਉਹ ਕਿਸਾਨਾਂ ਦੇ ਮਨ ਦੇ ਵਿੱਚ ਕਿੰਨੇ ਖਦਸ਼ੇ ਪੈਦਾ ਹੋ ਗਏ। ਜਿਹੜਾ ਕਿਸਾਨ ਸਵੇਰੇ ਪਹਿਲੇ ਆਲਰੇਡੀ ਆਪਣੀ ਜ਼ਮੀਨ ਦੇ ਵਿੱਚ BSF ਨੂੰ ਪੁੱਛ ਕੇ ਅੰਦਰ ਵੜਦਾ, ਉਹ ਆਪਣੇ ਘਰ ਦੇ, ਉਹਨੂੰ ਇਹ ਖਦਸ਼ਾ ਹੋ ਗਿਆ ਕਿ ਪਤਾ ਨਹੀਂ ਸ਼ਾਮ ਨੂੰ ਮੈਂ ਘਰ ਜਦੋਂ ਜਾਊਂਗਾ ਤੇ ਪਤਾ ਨਹੀਂ BSF ਨੇ ਮੇਰੇ ਪਿੱਛੇ ਆ ਕੇ ਘਰ ਵੀ ਚੈਕਿੰਗ ਕਰਨ ਆ ਜਾਣਾ। ਮਤਲਬ ਇਹ ਮਨ ਦੇ ਵਿੱਚ ਉਹਦੇ ਖਦਸ਼ਾ। ਹੁਣ ਇਹ ਖਦਸ਼ੇ ਨੂੰ ਪਹਿਲੇ ਕਲੀਅਰ ਕਰਨਾ ਚਾਹੀਦਾ ਸੀ। ਕਮਿਊਨਿਟਿੰਗ ਜ਼ਰੂਰੀ ਹੈ। ਤੁਸੀਂ ਜੇ ਤੁਹਾਨੂੰ ਲੱਗ ਰਿਹਾ ਕਿ ਇਹ ਜਿਹੇ ਹਾਲਾਤ ਬਣ ਰਹੇ ਨੇ ਤੇ ਕਮਿਊਨਿਟਿੰਗ ਕਰਕੇ ਤੇ ਉਸ ਚੀਜ਼ ਨੂੰ ਇੰਪਲੀਮੈਂਟ ਲੋਕ ਲੈ ਕੇ ਲੋਕਾਂ ਦੇ ਵਿੱਚ ਜਾਇਆ ਜਾ ਸਕਦਾ। ਦੇਸ਼ ਵਾਸੀ ਕੋਈ ਵੀ ਐਸਾ ਦੇਸ਼ ਵਾਸੀ ਨਹੀਂ ਹੋਊਗਾ ਜਿਹੜਾ ਦੇਸ਼ ਦੀ ਸੁਰੱਖਿਆ ਦੇ ਸਵਾਲ ਚੁੱਕੇਗਾ। ਜੀ ਬਿਲਕੁਲ ਸਹੀ, ਮਿਹਰਬਾਨੀ। ਇੱਕ ਲਾਈਨ ਮੈਂ ਕਮੈਂਟ ਕਰ ਦਿਆਂ, ਮੇਰਾ ਪਿੰਡ, ਮੇਰੇ ਬਹੁਤ ਸਾਰੇ ਰਿਸ਼ਤੇਦਾਰਾਂ ਦਾ ਪਿੰਡ ਬਿਲਕੁਲ ਬਾਰਡਰ ਲਾਈਨ ਦੇ ਨਾਲ ਹੈ, ਤਾਰਾਂ ਤੋਂ ਥੋੜਾ ਨੇੜੇ ਲਾ ਲਓ, 15 ਕਿਲੋਮੀਟਰ ਦੇ ਦਾਇਰੇ 'ਚ ਆ ਜਾਂਦਾ, ਠੀਕ। ਅੱਜ ਤੱਕ ਇਹੋ ਜਿਹੀ ਕੋਈ ਸਮੱਸਿਆ ਨਹੀਂ ਆਈ। ਕੋਈ ਸਪੈਸ਼ਲ ਕੋਈ ਐਵੇਂ ਦੀ ਗੱਲਬਾਤ ਹੋਵੇ ਤਾਂ ਹੁੰਦਾ ਵੀ ਚਲੋ ਪਿੰਡ ਦੇ ਵਿੱਚ ਪਤਾ ਕੀਤਾ ਜਾਵੇ, ਅਦਰਵਾਈਜ਼ BSF ਇੰਟਰਫੇਅਰ ਨਹੀਂ ਕਰਦੀ ਹੁੰਦੀ। ਇਹ ਸਾਰਿਆਂ ਨੂੰ ਪਤਾ ਹੈ। ਔਰ ਇਹ ਕਹਿ ਦੇਣਾ ਕਿ ਉਹਨਾਂ ਦੇ ਖਦਸ਼ੇ ਦਿਮਾਗ 'ਚ ਪਾਏ ਜਾਂਦੇ ਨੇ ਆਪੋਜੀਸ਼ਨ ਪਾਰਟੀ ਵੱਲੋਂ, ਪਤਾ ਨਹੀਂ ਕਿਉਂਕਿ ਕਹਿੰਦੇ ਮਾਹੌਲ ਖਰਾਬ ਕਰਨਾ, ਇਸ ਲਈ ਖਦਸ਼ੇ ਪਾਏ ਜਾਂਦੇ ਨੇ। ਥੈਂਕ ਯੂ ਵੈਰੀ ਮਚ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆਪਾਂ ਆ ਰਹੇ ਹਾਂ ਵਾਪਸ। BSF ਦਾ ਜਿਹੜਾ ਘੇਰਾ ਪੰਜਾਬ 'ਚ 50 ਕਿਲੋਮੀਟਰ ਤੱਕ ਕੀਤਾ ਗਿਆ। ਭਾਜਪਾ ਦਾ ਕਹਿਣਾ ਦੂਜੇ ਮੁੱਦਿਆਂ ਦੇ ਮਾਮਲੇ ਲੈ ਕੇ ਕੀਤਾ ਗਿਆ, ਕੋਈ ਖਦਸ਼ਿਆਂ ਦੀ ਗੱਲ ਨਹੀਂ ਹੈ। ਦੂਜੇ ਪਾਸੇ ਦੂਜੀਆਂ ਤਰ੍ਹਾਂ ਦਾ ਕਹਿਣਾ ਕਿ ਇਹਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਜਿਹੜਾ ਪਹਿਲਾਂ ਨਹੀਂ ਸੀ ਹੁਣ ਸਿਰਜਿਆ ਜਾ ਰਿਹਾ। ਇਹਨਾਂ ਮੁੱਦਿਆਂ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਆ, ਆਪਾਂ ਲਵਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਚਾਵਲਾ ਜੀ, ਬ੍ਰੇਕ ਤੋਂ ਪਹਿਲਾਂ ਜੋ ਕਮੈਂਟ ਢਿੱਲੋਂ ਸਾਹਿਬ ਨੇ ਕੀਤੇ ਹੈ, ਮੈਂ ਸੰਖੇਪ ਤੁਹਾਡਾ ਜਵਾਬ ਜਿਹੜਾ ਲੈਣਾ ਚਾਹਾਂਗਾ। ਉਹ ਤੋਂ ਬਾਅਦ ਰਿੰਪਲ ਮਿੱਡਾ ਜੀ ਤੋਂ ਆਪਾਂ ਸਵਾਲ ਲਵਾਂਗੇ।
ਜੀ ਚਾਵਲਾ ਜੀ। ਬਿਲਕੁਲ, ਮੈਂ ਢਿੱਲੋਂ ਸਾਹਿਬ ਨੇ ਇੱਕ ਗੱਲ ਕਹੀ ਹੈ, ਬਿਲਕੁਲ ਮੈਂ ਉਸ ਚੀਜ਼ ਨਾਲ ਵੀ ਸਹਿਮਤ ਹੋਵਾਂਗਾ ਕਿ ਵਾਜਬ ਆ ਕਿ ਖਦਸ਼ੇ ਲੋਕਾਂ ਦੇ ਮਨਾਂ ਦੇ ਵਿੱਚ ਪਾਏ ਜਾਂਦੇ। ਮੈਂ ਉਹੀ ਤੇ ਗੱਲ ਕਹਿ ਰਿਹਾ, ਢਿੱਲੋਂ ਸਾਹਿਬ ਉਹੀ ਤੇ ਗੱਲ ਕਹਿ ਰਿਹਾ ਸੀ ਕਿ ਅੱਜ ਖਦਸ਼ੇ ਪਾਉਣ ਦੀ ਲੋੜ ਓਪੋਜੀਸ਼ਨ ਨੂੰ ਕਿਉਂ ਪਈ। ਰੀਜ਼ਨ ਵੀ ਕਿ ਦੇਖੋ ਆਪਾਂ ਦੇ ਦੇਸ਼ ਦੇ, ਆਪਾਂ ਦੇ ਸੂਬੇ ਦੇ ਮੁੱਖ ਮੰਤਰੀ ਤਾਂ ਖੁਦ ਉੱਥੇ ਮਿਲ ਕੇ ਆਏ ਨੇ, ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ, ਔਰ ਉਹ ਆ ਕੇ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕੁਐਸਚਨ ਵੀ ਰੇਜ਼ ਕੀਤਾ ਕਿ ਜਿਹੜੀ ਡਰੋਨਸ ਦੀ ਐਕਟੀਵਿਟੀਜ਼ ਨੇ ਜਾਂ ਜਿਹੜਾ ਨਸ਼ੇ ਦੀ ਸਮਗਲਿੰਗ ਹੋ ਰਹੀ ਆ ਉੱਤੇ ਨਕੇਲ ਕੱਸੀ ਜਾਏ, ਬਾਰਡਰ ਨੂੰ ਸਟਰੈਂਥਨ ਕੀਤਾ ਜਾਏ। ਗੱਲ ਬਾਰਡਰ ਨੂੰ ਸਟਰੈਂਥਨ ਕਰਨ ਦੀ ਹੈ। ਕੰਡਿਆਲੀ ਤਾਰ ਦੇ ਆਲੇ ਦੁਆਲੇ ਜਿਹੜਾ ਆਲਰੇਡੀ 15 ਕਿਲੋਮੀਟਰ ਦਾ ਘੇਰਾ ਸੀ, ਉਸ ਚੀਜ਼ ਨੂੰ ਹੋਰ ਸਟਰੈਂਥਨ, ਔਰ ਉਹਦੇ ਨਾਲ ਨਾਲ ਟੈਕਨੋਲੋਜੀ ਦੀ ਅੱਜ ਬਹੁਤ ਅਹਿਮ ਲੋੜ ਹੈ। ਤੁਸੀਂ ਡਰੋਨ ਦੀ ਐਂਟਰੀ, ਜੇ ਤੁਸੀਂ ਕੱਲ ਜਿਵੇਂ ਜ਼ਿਕਰ ਕੀਤਾ ਕਿ ਡਰੋਨ ਸ਼ਹਿਰੀ ਇਲਾਕੇ 'ਚ ਵੀ ਆ ਰਹੇ, ਲੇਕਿਨ ਮੈਂ ਇਸ ਚੀਜ਼ ਤੋਂ ਥੋੜਾ ਜਿਹਾ ਹਟ ਕੇ ਗੱਲ ਕਰਾਂਗਾ ਕਿ ਡਰੋਨ ਜਦੋਂ ਕੰਡਿਆਲੀ ਤਾਰ ਤੋਂ ਪਾਰ ਵੀ ਆ ਰਿਹਾ ਤਾਂ ਉਹਨੂੰ ਰੋਕਣ ਲਈ ਅੱਜ ਟੈਕਨੋਲੋਜੀ ਦੇ ਨਾਲ ਲੜਾਈ ਲੜਨੀ ਪੈਣੀ ਹੈ। ਰਡਾਰਸ ਐਸੀਆਂ ਜਾਂ ਜਿਹੜੀਆਂ ਵਿਦੇਸ਼ਾਂ ਤੋਂ ਜਿਹੜੀ ਟੈਕਨੋਲੋਜੀ ਆ ਉਹਨੂੰ ਅਡਾਪਟ ਕਰਨ ਦੀ ਲੋੜ ਹੈ। ਉਹ ਚੀਜ਼ ਕਰਨ ਦੀ ਬਜਾਏ ਤੁਸੀਂ 50 ਕਿਲੋਮੀਟਰ ਦਾ ਦਾਇਰਾ ਵਧਾਉਣ ਦੀ ਗੱਲ ਕਰ ਰਹੇ ਹੋ। ਖਦਸ਼ੇ ਆਪੇ ਹੀ ਪੈਦਾ ਹੋ ਜਾਣੇ ਆ। ਦੇਖੋ ਢਿੱਲੋਂ ਸਾਹਿਬ, ਖਦਸ਼ੇ ਪੈਦਾ, ਦੇਖੋ ਖਦਸ਼ੇ ਨਾ ਪੈਦਾ, ਤੁਸੀਂ ਖਦਸ਼ੇ ਬੈਠ ਕੇ ਤੁਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਤੋਂ ਪਹਿਲੇ ਪੰਜਾਬ ਸਟੇਟ ਦੇ ਲੋਕਾਂ ਨੂੰ ਥੋੜਾ ਡਿਲੀਵਰ ਕਰ ਦਿੰਦੇ ਮੈਸੇਜ ਕਿ ਆਪਾਂ ਤੁਹਾਡੀ ਸੁਰੱਖਿਆ ਵਾਸਤੇ ਕਰ ਰਹੇ ਹਾਂ, ਔਰ ਇਹਦੇ ਨਾਲ ਲੋਕਾਂ ਦੀ ਨਿੱਜੀ ਜ਼ਿੰਦਗੀ ਤੇ ਕੋਈ ਮੁਸ਼ਕਲ ਨਹੀਂ ਖੜੀ ਹੋਏਗੀ। ਇਹੀ ਗੱਲ ਸਟੇਟ ਦੇ ਜਿਹੜੀਆਂ ਜੇ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਨੇ ਤੇ ਉਹਨਾਂ ਦੇ ਥਰੂ ਡਿਲੀਵਰ ਕਰਾ ਸਕਦੇ ਸੀਗੇ ਮੈਸੇਜ। ਉਹਨਾਂ ਦੇ ਨਾਲ ਇੱਕ ਸਰਕਾਰ ਔਰ ਇੱਕ ਕੇਂਦਰ ਦਾ ਇੱਕ ਆਪਸੀ ਰਾਬਤਾ ਹੈ, ਇੱਕ ਸੁਰੱਖਿਆ ਨੂੰ ਲੈ ਕੇ ਕਦੀ ਵੀ ਨਹੀਂ, ਮੈਂ ਵੀ ਨਹੀਂ ਖਿਲਵਾੜ ਕਰਨ ਦੀ ਗੱਲ ਕਰਾਂਗਾ। ਮੈਂ ਕਦੀ ਨਹੀਂ ਕਮੈਂਟ ਕਰਦਾ ਐਸਾ ਵੀ, ਨਾ ਹੀ ਮੈਂ ਇਸ ਚੀਜ਼ ਨੂੰ ਸਹਿਮਤ ਹੋਵਾਂਗਾ ਕਿ ਦੇਸ਼ ਦੀ ਸੁਰੱਖਿਆ ਦੇ ਉੱਤੇ ਕੋਈ ਹੋਰ ਸਵਾਲ ਚੁੱਕੇ। ਹਾਂ ਬਿਲਕੁਲ, ਮੈਂ ਤੁਹਾਨੂੰ ਸਮਾਂ ਦੇ ਦਾਂਗਾ, ਮੈਂ ਆਪਣੀ ਗੱਲ ਖਤਮ ਕਰ ਲਾਂ, ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਖਦਸ਼ੇ ਪੈਦਾ ਕਰਨ ਲਈ ਤੁਸੀਂ ਮਜਬੂਰ ਕਰਦਾ। ਢਿੱਲੋਂ ਸਾਹਿਬ ਸਰਕਾਰ ਦੇ ਵੱਲੋਂ ਆਪਾਂ ਢਿੱਲੋਂ ਸਾਹਿਬ ਮੇਰੀ ਬੇਨਤੀ ਹੈ, ਰਿੰਪਲ ਮਿੱਡਾ ਕਿਉਂਕਿ ਕਾਂਗਰਸ ਪਾਰਟੀ ਹਾਕਮ ਤੇ ਰਾਉ ਦੀ ਨੁਮਾਇੰਦਗੀ ਕਰਦੇ ਆ, ਤੁਸੀਂ ਵੀ ਇਹ ਗੱਲ ਕਹੀ ਹੈ ਪਹਿਲਾਂ ਕਿ ਨਿਰਮੂਲ ਖਦਸ਼ੇ ਹੈ। ਸਮਾਂ ਨਹੀਂ ਲਊਂਗਾ, 30 ਸੈਕਿੰਡ ਓਨਲੀ, ਸਿਰਫ 2 ਲਾਈਨਾਂ। ਓਕੇ ਪਲੀਜ਼। ਦੇਖੋ ਚਾਵਲਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲੀ ਗੱਲ ਤੇ ਪੰਜਾਬ ਦੇ ਸੀਐਮ ਜਾਂਦੇ ਨੇ, ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਬੈਠਕ ਕਰਦੇ ਨੇ ਜਾਂ ਹੋਰ ਗੱਲਬਾਤ, ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਗੱਲ ਕੀ ਹੋਈ ਹੈ, ਲੇਕਿਨ ਮੋਟੀ ਗੱਲ ਆਉਂਦੀ ਹੈ ਕਿ ਜੀ ਪੰਜਾਬ ਦਾ ਬਾਰਡਰ ਸਟੇਟ ਨੂੰ ਜਿਹੜੀ ਸਮਗਲਿੰਗ ਹੈ ਜਾਂ ਹੋਰ ਉਹ ਤਰੀਕੇ ਦੇ ਖਤਰੇ ਨੇ ਉਹਨਾਂ ਤੋਂ ਪ੍ਰੋਟੈਕਟ ਕਰਨ ਦੀ ਗੱਲ ਹੁੰਦੀ ਹੈ, ਸਟਰੈਂਥਨ ਕਰਨ ਦੀ ਗੱਲ ਹੁੰਦੀ ਹੈ। ਹੁਣ ਸਟਰੈਂਥਨ ਕੱਲਾ ਪੰਜਾਬ ਤੇ ਕੀਤਾ ਨਹੀਂ ਗਿਆ, ਪੂਰਾ ਬਾਰਡਰ ਦੀ ਗੱਲ ਹੋਈ ਹੈ। ਤੁਸੀਂ ਇਹ 'ਚੋਂ ਸਟੇਟਾਂ ਇੱਕ ਮਿੰਟ ਲਈ ਭੁੱਲ ਜਾਈਏ, ਇੰਡੀਆ ਦਾ ਬਾਰਡਰ 50 ਕਿਲੋਮੀਟਰ ਅਰਾਊਂਡ ਦਾ ਫੈਂਸਿੰਗ, ਇਹਨੂੰ ਜਿਹੜਾ ਹੈ ਸਟਰੈਂਥਨ ਕਰਨ ਦੀ ਗੱਲ ਆਈ। ਦੂਜੀ ਗੱਲ ਟੈਕਨੀਕ ਦੀ, ਟੈਕਨੀਕਲੀ ਜੋ ਕਰਨਾ ਹੈ, ਜੋ ਕਰ ਸਕਦੇ ਆ ਉਹ ਕਰਦੇ ਪਏ ਆ ਆਲਰੇਡੀ। ਸਾਰੀਆਂ DRDO ਨੇ ਬਹੁਤ ਸਾਰੇ ਪ੍ਰੋਜੈਕਟ ਤਿਆਰ ਕਰ ਲਏ, ਹੋਰ ਬੜੀਆਂ ਸਾਰੀਆਂ ਜਿਹੜੀਆਂ ਸਾਡੀਆਂ, ਵੇਖੋ ਇਹ ਗੱਲਾਂ ਆਪਾਂ ਚੈਨਲਾਂ ਤੇ ਡਿਸਕਸ ਨਹੀਂ ਕਰ ਸਕਦੇ ਬਿਕੋਜ਼ ਸਿਕਿਉਰਿਟੀ ਦਾ ਇਸ਼ੂ ਹੈ। ਇਹ ਮੈਂ ਥੋੜੀ ਜਾਂ ਪਤਾ ਵੀ ਹੋਵੇ ਤਾਂ ਆਪਾਂ ਤਾਂ ਵੀ ਨਹੀਂ ਬੋਲ ਸਕਦੇ ਕਿ ਅਸੀਂ ਕੀ ਕਰਦੇ ਪਏ ਹਾਂ ਜਾਂ ਕੀ ਕਰਾਂਗੇ ਜਾਂ ਪਬਲਿਕਲੀ ਕੀ ਕਰਨਾ ਹੈ, ਇਹ ਨਹੀਂ ਦੱਸ ਸਕਦੇ। ਇਹਦਾ ਸਿਰਫ ਆਪਣਾ ਡਿਫੈਂਸ 2 ਲਾਈਨਾਂ ਦੀ ਬਜਾਏ ਜੀ ਢਿੱਲੋਂ ਸਾਹਿਬ ਹੁਣ ਤੁਹਾਡਾ ਵਿਊ ਪੁਆਇੰਟ ਆਈ ਗਿਆ, ਔਰ ਇਸ ਨੂੰ ਕਰਕੇ ਅੱਗੇ ਚੱਲੀਏ। ਦੈਟਸ ਆਲ। ਓਕੇ ਚਾਵਲਾ ਜੀ, ਜੇ ਤੁਸੀਂ ਜਵਾਬ ਚਾਵਲਾ ਜੀ ਕਮੈਂਟ ਕਰਨਾ ਚਾਹੁੰਦੇ ਹੋ ਤਾਂ, ਨਹੀਂ ਤਾਂ ਮਿੱਡਾ ਸਾਹਿਬ ਇੰਤਜ਼ਾਰ ਕਰ ਰਹੇ। ਚਾਵਲਾ ਜੀ ਮਿੱਡਾ ਸਾਹਿਬ ਨੂੰ ਦਿਓ ਜੀ। ਨਹੀਂ ਜੀ ਮਿੱਡਾ ਸਾਹਿਬ ਜੀ, ਮਿੱਡਾ ਸਾਹਿਬ ਬਿਲਕੁਲ ਤੁਸੀਂ ਹਾਕਮਦਰ ਦੀ ਨੁਮਾਇੰਦਗੀ ਕਰਦੇ ਹੋ, ਖਦਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ ਜੀ, ਔਰ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਪੁੱਛਿਆ ਗਿਆ ਕਿ ਨਹੀਂ ਪੁੱਛਿਆ ਗਿਆ ਜੀ। ਜਿਹੜੀ ਗੱਲ ਚਾਵਲਾ ਜੀ ਨੇ ਖਦਸ਼ੇ ਦੀ ਗੱਲ ਕੀਤੀ ਹੈ, ਇਹ ਬਿਲਕੁਲ ਵਾਜਬ ਗੱਲ ਹੈ। ਦੇਖੋ ਕਿਸੇ ਤਰੀਕੇ ਨਾਲ ਜਿਸ ਵੇਲੇ ਅਸੀਂ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਹਾਂ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ ਕਿ ਜਿਸ ਦੇ ਉੱਤੇ ਜਿਹੜਾ ਹੈ ਘੇਰਾ ਵਧਾਉਣ ਦੀ ਬੇਹੱਦ ਜ਼ਰੂਰਤ ਪੈ ਗਈ ਹੋਵੇ। ਔਰ ਦੂਸਰੀ ਗੱਲ ਬੀਜੇਪੀ ਦਾ ਜਿਹੜਾ ਕੰਡਕਟ ਹੈ ਬੀਜੇਪੀ ਦਾ, ਔਰ ਜਿਹੜਾ ਕੰਡਕਟ ਉਹਨਾਂ ਦਾ ਹਮੇਸ਼ਾ ਹੀ ਪੰਜਾਬ ਦੇ ਵਿਰੁੱਧ ਰਿਹਾ ਹੈ। ਕਿਸਾਨੀ ਮੋਰਚਾ ਲੱਗਿਆ ਹੋਇਆ ਹੈ, ਇੱਕ ਹਰ ਗੱਲ ਜਿਹੜੀ ਟਾਰਗੇਟ ਤੇ ਲਈ ਜਾ ਰਹੀ ਹੈ ਉਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਜਿਹੜੇ ਬਾਕੀ ਦੇ ਸੂਬਿਆਂ ਨੂੰ ਵੀ ਇਹਦੇ ਵਿੱਚ ਘੇਰੇ ਚ ਲਿਆ ਗਿਆ ਹੈ। ਔਰ ਨਾਲ ਦੀ ਨਾਲ ਦੇਖੋ ਇਹਨਾਂ ਨੇ ਜ਼ਿਕਰ ਕੀਤਾ ਮੁੱਖ ਮੰਤਰੀ ਸਾਹਿਬ ਦੇ ਮਿਲਣ ਦਾ, ਔਰ ਮੁੱਖ ਮੰਤਰੀ ਇੰਨੇ ਪੱਧਰ ਕਿੱਥੋਂ ਹੋ ਗਏ ਕਿ 2 ਦਿਨ ਪਹਿਲਾਂ ਜੇਕਰ ਮੁੱਖ ਮੰਤਰੀ ਇਸ ਜਿਹੜੇ ਡਰੋਨ ਦਾ ਜ਼ਿਕਰ ਕਰਕੇ ਆਉਂਦੇ ਨੇ ਔਰ ਉਹਨਾਂ ਦੇ 2 ਦਿਨਾਂ ਬਾਅਦ ਹੀ ਜਿਹੜਾ ਹੈ ਉਹ ਐਡਾ ਵੱਡਾ ਇਹਨਾਂ ਨੇ ਫੈਸਲਾ ਉਹਨਾਂ ਦੇ ਕਹਿਣ ਤੇ ਇਕੱਲਾ ਲੈ ਲਿਆ ਹੋਵੇ
ਔਰ ਨਾਲ 4 ਹੋਰ ਵੀ ਜਿਹੜੀਆਂ ਸਟੇਟਾਂ ਵਿੱਚ ਉਹ ਇਨਵੋਲਵ ਕਰ ਗਈਆਂ ਹੋਣ। ਮੈਂ ਇੱਥੋਂ ਇਹ ਜਿਹੜੀ ਗੱਲ ਹੈ ਇਹਨਾਂ ਨੂੰ ਟੈਕਨੋਲੋਜੀ ਦਾ ਮੈਟਰ ਹੈ, ਔਰ ਜੇ ਟੈਕਨੋਲੋਜੀ ਦਾ ਮੈਟਰ ਹੈ ਤਾਂ DOD ਦਾ ਬਜਟ ਵਧਾਉਣਾ ਚਾਹੀਦਾ। ਸੁਣੋ ਉਹ ਜਿਹੜੀਆਂ ਜਿਹੜੀਆਂ ਕਰੈਕਟ ਕਰਦੇ 4 ਨਹੀਂ ਜਿਹੜੀਆਂ ਤੁਸੀਂ ਬਾਕੀ ਔਰ ਜਿਹੜੀਆਂ ਤੁਸੀਂ ਬਾਕੀ 4 ਦੀ ਗੱਲ ਕਰਦੇ ਜਿਹੜੀਆਂ ਤੁਸੀਂ ਬਾਕੀ 4 ਦੀ ਗੱਲ ਕਰਦੇ ਹੋ ਉਹਨਾਂ ਦਾ ਜਿਹੜਾ ਇਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਸੰਬੰਧ ਨਹੀਂ ਹੈ। ਗੱਲ ਇਹ ਕਰ ਰਹੇ ਆ ਕਿ ਨਾਰਥ ਈਸਟ ਵਾਲੇ ਪਾਸੇ ਜਿੱਦਾਂ ਪਾਕਿਸਤਾਨ ਹੈ ਹੀ ਨਹੀਂ, ਉਹਦੀ ਵੀ ਗੱਲ ਕਰ ਰਹੇ ਆ। ਮੈਂ ਇੰਡੀਆ ਦੀ ਮੈਂ ਸਾਰੀ ਗੱਲ ਕਰ ਰਿਹਾ ਹੁਣ 2 ਮਿੰਟ ਸੁਣੋ ਤਾਂ ਸਹੀ, ਵਿੱਚ ਨਾ ਬੋਲਿਆ ਕਰੋ। ਸੁਣੋ ਵਿੱਚ ਨਾ ਬੋਲਿਆ ਕਰੋ, ਇਤਮਾਨਾਨ ਨਾਲ ਸੁਣੀਦਾ ਤੁਹਾਨੂੰ। ਤੁਸੀਂ ਆਪਣੀ ਗੱਲ ਜਿਹੜੀ ਕਹਿ ਲਈ ਹੈ, ਗੱਲ ਇਹ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਐਡੇ ਵੱਡੇ ਦਮਗਜੇ ਸਰਜੀਕਲ ਸਟ੍ਰਾਈਕ ਵਾਲੇ ਦੇ ਉੱਤੇ ਮਾਰਨ ਵਾਲੀ ਭਾਰਤੀ ਜਨਤਾ ਪਾਰਟੀ ਔਰ ਇਹ ਕਹਿ ਦੇਣੀ ਵੀ ਜਿਹੜਾ ਪਾਕਿਸਤਾਨ ਹੈ ਉਹ ਤਾਂ ਮੋਦੀ ਸਾਹਿਬ ਤੋਂ ਥਰ-ਥਰ ਕੰਬਦਾ ਹੈ। ਉਹ ਵਾਲੀ ਬੀਜੇਪੀ ਅੱਜ ਸਿਰਫ ਜਿਹੜਾ ਹੈ ਡਰੋਨ ਦੇ ਕਾਰਨ, ਡਰੋਨ ਦੇ ਬਹਾਨੇ ਘੇਰਾ ਵਧਾ ਕੇ ਔਰ ਜਿਹੜਾ ਆਪਣਾ ਸਿੱਧੇ ਦਾ ਸਿੱਧਾ ਦਖਲ ਸਾਡੇ ਜਿਹੜੇ ਪੰਜਾਬ ਦੇ ਸ਼ਹਿਰੀਆਂ ਦੇ ਔਰ ਪਿੰਡੂ ਖੇਤਰ ਦੇ ਵਿੱਚ ਉਹਨਾਂ ਦੇ ਘਰਾਂ ਤੱਕ, ਔਰ ਜਿਹੜਾ ਇਹ ਸਿੱਧੇ ਦਾ ਸਿੱਧਾ ਇੱਕ ਇਹੀ ਤਰੀਕਾ ਸੀ ਜਿਸ ਦੇ ਰਾਹੀਂ ਉਹ ਨਾ ਤਾਂ ਪਾਕਿਸਤਾਨ ਦਾ ਲੈਣਾ, ਨਾ ਗੱਲ ਤਾਂ ਸਿਕਿਉਰਿਟੀ ਦੀ ਕਰਨੀ, ਗੱਲ ਬਾਰਡਰ ਦੀ ਕਰਨੀ, ਪਰ ਅਸਲ ਦੇ ਵਿੱਚ ਖਦਸ਼ੇ ਇਸੇ ਗੱਲ ਦੇ ਨੇ। ਅਸਲ ਦੇ ਵਿੱਚ ਇਹਨਾਂ ਨੇ ਸਿੱਧੇ ਦਾ ਸਿੱਧਾ ਦਖਲ ਜਿਹੜਾ ਹੈ ਉਹ ਸਾਡੇ ਸ਼ਹਿਰੀ ਖੇਤਰਾਂ ਦੇ ਵਿੱਚ, ਪੰਜਾਬ ਦੇ ਅੱਧੇ ਪੰਜਾਬ ਦੇ ਵਿੱਚ ਆਪਦਾ ਦਖਲ ਜਿਹੜਾ ਹੈ ਉਹ ਇਸ ਫੈਸਲੇ ਦੇ ਨਾਲ ਦੇਣਾ ਸ਼ੁਰੂ ਕਰ ਦੇਣਾ। ਮਿੱਠਾ ਜੀ ਰੁਕਣਾ ਪਏਗਾ। ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ। ਸਵਾਲ ਇਹ ਹੈ ਕਿ ਠੀਕ ਹੈ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ, ਪਰ ਤੁਹਾਡੀ ਸਰਕਾਰ ਦੇ ਹੀ ਕਾਂਗਰਸ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਸ਼ਲਾਘਾ ਕਰ ਰਹੇ ਇਸ ਫੈਸਲੇ ਦੀ। ਜੀ ਮਿੱਠਾ ਸਾਹਿਬ ਦੇਖੋ ਮੈਨੂੰ ਅੱਜ ਦੀ ਜਿਹੜੀ ਜੋ ਸਿਚੁਏਸ਼ਨ ਹੈ ਉਹ ਸਿਚੁਏਸ਼ਨ 'ਚ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀ ਕੀ ਮਜਬੂਰੀ ਹੈ ਸਟੇਟਮੈਂਟ ਪਿੱਛੇ ਮੈਨੂੰ ਨਹੀਂ ਲੱਗਦਾ, ਕਿਉਂਕਿ ਸੂਬੇ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ ਇਸ ਡਿਸੀਜਨ ਨੂੰ ਰੋਲ ਬੈਕ ਦੀ ਡਿਮਾਂਡ ਕੀਤੀ ਹੈ। ਔਰ ਜਿਹੜੀ ਮੈਜੋਰਟੀ ਆਫ ਗਵਰਨਮੈਂਟ ਦੇ ਜਿਹੜੇ ਦੀ ਕਾਬੀਨਾ ਹੈ ਔਰ ਜਿੰਨੇ ਜਿਹੜੇ ਪੰਜਾਬੀ ਨੇ ਔਰ ਜਿਹੜੀ ਕਾਂਗਰਸ ਪਾਰਟੀ ਹੈ ਉਸ ਦਾ ਵਿਊ ਤਾਂ ਇਹੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਸੰਘੀ ਢਾਂਚੇ ਦੇ ਖਿਲਾਫ ਹੈ। ਇਹ ਜਿਹੜਾ ਫੈਸਲਾ ਹੈ ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਜਿਹੜਾ ਫੈਸਲਾ ਹੈ ਪੰਜਾਬ ਦੇ ਲੋਕਾਂ ਦੇ ਅੰਦਰ ਉਹਨੇ ਖਦਸ਼ੇ ਪੈਦਾ ਕਰ ਦਿੱਤੇ ਹਨ, ਇਸ ਨੂੰ ਰੋਲ ਬੈਕ ਕਰਨਾ ਚਾਹੀਦਾ। ਥੈਂਕ ਯੂ ਤੁਹਾਡੀ ਗੱਲ ਆ ਗਈ ਹੈ। ਚਲੋ ਸਾਹਿਬ ਤੁਸੀਂ ਹੁਣ ਆਪਣੀ ਗੱਲ ਵੀ ਕਿਹੋ, ਪਰ ਜਦੋਂ ਖਦਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ, ਖਦਸ਼ਿਆਂ 'ਚ ਇਹ ਕਿਹਾ ਜਾ ਰਿਹਾ ਹੈ ਕਿ ਬਹਾਨਾ ਬਣਾਇਆ ਗਿਆ BSF ਦਾ ਘੇਰਾ 50 ਕਿਲੋਮੀਟਰ ਤੱਕ ਐਕਸਟੈਂਡ ਕਰਨ ਦੇ ਲਈ। ਪੰਜਾਬ 'ਚ ਤਾਂ ਕੋਈ ਸਥਿਤੀ ਨਹੀਂ ਹੈ। ਜੀ ਚਲੋ ਸਾਹਿਬ ਪਲੀਜ਼। ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦੇ ਨੇ। ਮੇਰੀ ਗੱਲ ਸੁਣੋ, ਕੀ ਆਮ ਲੋਕਾਂ ਨੂੰ ਪਤਾ ਹੁੰਦਾ ਕਿ ਕੀ ਇੰਟੈਲੀਜੈਂਸ ਰਿਪੋਰਟਾਂ ਨੇ? ਕੀ ਆਮ ਪਬਲਿਕ ਨੂੰ ਪਤਾ ਹੁੰਦਾ ਕਿ ਜੋ ਵਰਲਡ ਲੈਵਲ ਤੇ ਕੀ ਚੱਲ ਰਿਹਾ? ਔਰ ਦੂਜੀ ਗੱਲ ਇਹਨਾਂ ਨੇ ਕਿਹਾ ਜੀ ਤੁਸੀਂ ਐਡੇ ਐਡੇ ਦਾਅਵੇ ਕੀਤੇ ਸੀ ਸਟ੍ਰਾਈਕ ਕਰਨ ਦੇ, ਦੂਜਾ ਕਰਨ ਦੇ, ਕੀਤੇ ਦਾਅਵੇ ਨਹੀਂ ਸੀ, ਅਸੀਂ ਕੀਤੀਆਂ ਸੀਗੀਆਂ। ਸਾਡੀ ਦੇਸ਼ ਦੀ ਸਰਕਾਰ ਨੇ, ਸਾਡੀ ਦੇਸ਼ ਦੀ ਫੌਜ ਨੇ ਕੀਤਾ ਸੀ ਉਹ ਕੰਮ, ਇਸ ਕਰਕੇ ਦਾਅਵੇ ਕਰਦੇ ਆ। ਦੂਜੀ ਗੱਲ, ਪਾਕਿਸਤਾਨ ਕਦੀ ਵੀ ਹਿੰਮਤ ਨਹੀਂ ਕਰਦਾ ਕਿ ਸਾਡੇ ਨਾਲ ਸਿੱਧੀ ਕਨਵੈਨਸ਼ਨਲ ਵਾਰ ਲੜ ਸਕੇ, ਡਾਇਰੈਕਟ ਵਾਰ ਲੜ ਸਕੇ, ਬਾਰਡਰ ਦੇ ਥਰੂ ਸਾਡੇ ਅੰਦਰ ਵੜ ਸਕੇ ਫੌਜ ਲੈ ਕੇ। ਉਹ ਵੜਦਾ ਅੱਤਵਾਦੀ ਲੈ ਕੇ, ਉਹ ਵੜਦਾ ਕੁਛ ਭੈਟੀਏ ਲੈ ਕੇ, ਉਹ ਵੜਦਾ ਸਾਜ਼ਿਸ਼ਾਂ ਕਰਕੇ। ਸੋ ਇਸ ਕਰਕੇ ਸਮਝੋ, ਜੇ ਤਾਂ ਵਾਰ ਦਾ ਡਾਇਰੈਕਟ ਖਤਰਾ ਹੋਵੇ ਤਾਂ ਫਿਰ BSF ਨਹੀਂ, ਫਿਰ ਆਰਮੀ ਜਾਂਦੀ ਹੁੰਦੀ ਹੈ। ਆਰਮੀ ਡਿਪਿਊਟ ਹੋਣੀ ਸੀ ਉੱਥੇ, ਇੱਥੇ ਆਰਮੀ ਨਹੀਂ BSF ਹੋਇਆ, ਕਿਉਂਕਿ ਇਹ ਬੜਾ ਤਰੀਕੇ ਦੀਆਂ षड्यंत्र ਸਾਜ਼ਿਸ਼ਾਂ ਚੱਲਦੀਆਂ ਪਈਆਂ ਨੇ। ਔਰ ਤੁਸੀਂ ਕਹਿੰਦੇ ਹੋ ਜੀ ਆਮ ਪਬਲਿਕ ਨੂੰ ਨਹੀਂ ਪਤਾ, ਸਾਨੂੰ ਮਹਿਸੂਸ ਨਹੀਂ ਕਰਦਾ ਆਮ ਪਬਲਿਕ ਹੈ ਇੰਟੈਲੀਜੈਂਸ ਲੈਵਲ ਦੇ ਉੱਤੇ ਕੀ ਚੱਲਦਾ, ਸਾਨੂੰ ਥੋੜੀ ਆਪਾਂ ਨੂੰ ਵੀ ਨਹੀਂ ਪਤਾ। ਤੁਸੀਂ ਬੇਸ਼ੱਕ ਦੀ ਲੀਡਰ ਢਿੱਲੋਂ ਸਾਹਿਬ ਇਹ ਕਹਿ ਰਹੇ ਬੜਾ ਮੋਟਾ ਜੀ, ਢਿੱਲੋਂ ਸਾਹਿਬ ਉਹ ਇਹ ਢਿੱਲੋਂ ਸਾਹਿਬ ਜੀ ਢਿੱਲੋਂ ਜੀ ਉਹ ਇਹ ਕਹਿ ਰਹੇ ਆ। ਢਿੱਲੋਂ ਜੀ ਇੱਕ ਸੈਕਿੰਡ ਮੇਰਾ ਨਿਵੇਦਨ ਹੈ ਸਾਰੀਆਂ ਪਾਰਟੀਆਂ ਨੂੰ ਕਿ ਨੈਸ਼ਨਲ ਸਿਕਿਉਰਿਟੀ ਦੇ ਇਸ਼ੂ ਦੇ ਉੱਤੇ ਆਪਣੀਆਂ ਵਿੱਚ ਕਿ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਜਾਂ ਮੈਨੂੰ ਇਹ ਨਹੀਂ ਹੋ ਰਿਹਾ, ਇਸ ਕਰਕੇ ਮੈਨੂੰ ਖਦਸ਼ਾ ਹੈ, ਬੈਕ ਕਰੋ। ਵਾਟ ਇਜ਼ ਦਿਸ? ਇਹ ਕੋਈ ਕਾਨੂੰਨ ਹੈ ਵੀ ਜਿਹੜਾ ਰੋਲ ਬੈਕ ਕਰੋ? ਤੁਸੀਂ ਕਾਨੂੰਨ ਰੌਲਾ ਪਾਇਆ, ਠੀਕ ਹੈ ਗੱਲ, ਪਰ ਇਹ ਕੋਈ ਕਾਨੂੰਨ ਨਹੀਂ ਹੈ, ਇਹ ਇੱਕ ਵਿਵਸਥਾ ਹੋਣੀ ਹੈ। ਕੋਈ ਗੱਲ ਹੋਈ ਹੋਊਗੀ ਤਾਂ ਹੀ ਅਗਲੇ ਨੇ ਵਿਵਸਥਾ ਲਾਈ ਹੈ, ਔਰ ਪੂਰੇ ਦੇਸ਼ ਤੇ ਲਾਈ ਹੈ। ਇਹ ਪੰਜਾਬ ਨੂੰ ਇਕੱਲੇ ਨੂੰ, ਮੇਰੀ ਗੱਲ ਸੁਣੋ ਇੱਕ ਮਿੰਟ, ਨਾਰਥ ਈਸਟ ਦਾ ਨਾਮ ਨਹੀਂ ਲੈ ਰਹੇ। ਨਾਰਥ ਈਸਟ ਦੀਆਂ ਸਾਰੀਆਂ ਸਟੇਟਸ ਜਿਹੜੀਆਂ ਬਾਰਡਰ ਚਾਈਨਾ ਨਾਲ ਵੀ ਲੱਗਦਾ ਹੈ,
ਉਹ ਸਾਰੇ ਦੇ ਉੱਤੇ ਆਪਾਂ subject ਲਾਗੂ ਕੀਤੀ ਹੈ। ਕਸ਼ਮੀਰ ਤੋਂ ਲੈ ਆਪਾਂ- ਕੇ ਲੇਹ ਤੋਂ ਲੈ ਕੇ ਥੱਲੇ ਤੱਕ ਗੁਜਰਾਤ ਦੇ ਬਾਰਡਰ ਤੱਕ ਇਹ ਕੀਤੀ ਹੈ। ਫਿਰ ਤੀਜੀ ਗੱਲ, ਜੀ ਗੁਜਰਾਤ ਜੀ ਦਾ ਜਿਹੜਾ ਬਾਰਡਰ ਜੀ ਢਿੱਲੋਂ ਸਾਹਿਬ ਇਹ ਕਹਿ ਰਿਹਾ, ਢਿੱਲੋਂ ਸਾਹਿਬ ਇਹ ਕਹਿ ਰਿਹਾ ਹੈ ਕਿ ਨਾਰਥ ਈਸਟ ਜਾਂ ਜੰਮੂ ਕਸ਼ਮੀਰ ਦੀਆਂ ਦੇਖੋ ਜਿਹੜੀਆਂ ਬਾਰਡਰ ਦੀਆਂ ਵਿਵਸਥਾਵਾਂ ਹੈਗੀਆਂ, ਪ੍ਰਸਥਿਤੀਆਂ ਹੈਗੀਆਂ, ਨਾਰਥ ਈਸਟ ਨੂੰ ਪੰਜਾਬ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਜੰਮੂ ਕਸ਼ਮੀਰ ਦੀ ਗੁਜਰਾਤ ਨਾਲ ਜਾਂ ਪੰਜਾਬ ਨਾਲ ਤੁਲਨਾ ਕਰ ਦਈਏ। ਆਪਾਂ ਕੀ ਚਾਹੁੰਦੇ ਆ ਕਿ ਉਹ ਇਹ ਪੰਜਾਬ ਕਹਿੰਦੇ ਆ, ਨੂੰ ਉਹ- ਵੀ ਪੰਜਾਬ ਬਾਰਡਰ ਸਟੇਟ ਨਹੀਂ ਹੈ। ਇਹ ਚਾਹੁੰਦੇ ਉਹ ਨੇ ਕਹਿੰਦੇ ਕਿ ਕਾਂਗਰਸ ਵਾਲੇ। 50 ਕਿਲੋਮੀਟਰ ਤੱਕ ਆ। ਉਹ ਇਹ ਕਹਿੰਦੇ ਆ ਕਿ ਜੀ 50 ਕਿਲੋਮੀਟਰ ਤੱਕ ਦਾ ਇੱਕ ਦਾਇਰਾ ਬਣਾਇਆ ਗਿਆ ਵੀ ਇੱਥੋਂ ਲੋੜ ਤੱਕ ਨਹੀਂ ਸੀ। ਅਸੀਂ ਕਰ ਸਕਦੇ ਆ ਜੇ ਲੋੜ ਪੈਂਦੀ ਹੈ ਤਾਂ। ਇਹ ਨਹੀਂ ਹੈ ਕਿ ਉੱਥੇ ਬੀਐਸਐਫ ਨੇ ਰੋਜ਼ ਦੀ ਰੋਜ਼ ਪੈਟਰੋਲਿੰਗ ਕਰਨੀ ਸ਼ੁਰੂ ਕਰ ਦੇਣੀ ਹੈ ਸ਼ਹਿਰਾਂ ਦੇ ਵਿੱਚ। ਇਦਾਂ ਨਹੀਂ ਹੁੰਦਾ। ਗੱਲ ਨੂੰ ਉਹ ਇਹ ਕਰੋੜ ਕਹਿੰਦੇ ਆ, ਮਰੋੜ ਕੇ ਜੀ। ਲੋਕਾਂ ਦੇ ਦਿਮਾਗਾਂ ਦੇ ਵਿੱਚ ਆਪਾਂ ਗਲਤਫਹਿਮੀਆਂ ਕੌਣ ਰੋਕੇਗਾ? ਕੌਣ ਰੋਕੇਗਾ? ਕਿਹਨੂੰ ਕੌਣ ਰੋਕੇਗਾ? ਗਲਤਫਹਿਮੀਆਂ ਜੇਕਰ ਗਲਤਫਹਿਮੀਆਂ ਤੁਸੀਂ ਪਾਉਂਦੇ ਰਹਿਣਾ। ਜੇਕਰ ਉਹ- ਨਹੀਂ, ਪਹਿਲਾਂ ਪੰਜਾਬ ਦਾ ਕਿੱਡਾ ਬੇੜਾ ਕਰ ਕੀਤਾ ਵਿਚਾਰਿਆਂ ਦਾ, ਜਾ ਕੇ ਸਾਰੀ ਚਲੋ ਆਪਾਂ ਇੰਡਸਟਰੀ ਪੰਜਾਬ ਬੰਦ ਦੀ ਗੱਲ ਕਰਾਤੀ। ਉਹ ਜਾ ਕੇ ਧਰਨੇ ਲਾ ਕੇ ਬੈਠੇ ਨੇ ਇੰਡਸਟਰੀ ਵਾਲੇ। ਆਪਾਂ ਉਸ ਮੁੱਦੇ ਤੇ ਨਾ ਆਈਏ ਢਿੱਲੋਂ ਸਾਹਿਬ ਆਪਾਂ ਮਿਹਰਬਾਨੀ ਜੀ ਜੀ ਬੰਦ ਕਰਾਤੀ। ਹੋਰ ਪਤਾ ਨਹੀਂ ਓਕੇ ਆਪਾਂ ਉਸ ਮੁੱਦੇ ਤੇ ਨਾ ਆਈਏ ਢਿੱਲੋਂ ਸਾਹਿਬ, ਮੈਨੂੰ ਬੋਲਣਾ ਪਏਗਾ। ਢਿੱਲੋਂ ਸਾਹਿਬ ਪਲੀਜ਼ ਆਪਾਂ ਸਾਡੇ ਨਾਲ ਚਾਵਲਾ ਜੀ ਜੁੜੇ ਆ, ਚਾਵਲਾ ਜੀ ਤੋਂ ਇਸ ਕਰਕੇ ਐਮਰਜੈਂਸੀ ਲਾਉਂਦੀ ਹੈ ਕਿਉਂਕਿ ਇੰਦਰਾ ਗਾਂਧੀ ਨੇ ਆਪਣੀ ਸੀਟ ਬਚਾਉਣੀ। ਓਕੇ ਆਪਾਂ ਇਹਨਾਂ ਨੇ ਬਹੁਤ ਬੋਲਿਆ ਔਰ ਗੱਲ ਆ ਗਈ ਬਿਲਕੁਲ ਕੋਈ ਰੈਲੀਵੈਂਟ ਕੋਈ ਇੱਕ ਲਾਈਨ ਨਹੀਂ ਇਹਨਾਂ ਨੇ ਬੋਲੀ, ਬਹੁਤ ਬੋਲਿਆ। ਐਮਰਜੈਂਸੀ ਜੀ ਜੀ ਢਿੱਲੋਂ ਸਾਹਿਬ ਕਰ ਸਕਦੇ ਹੋ। ਢਿੱਲੋਂ ਸਾਹਿਬ ਹੁਣ ਆਪਾਂ ਇੰਦਰਾ ਗਾਂਧੀ ਨੇ ਚਾਵਲਾ ਜੀ ਜਰਨਲਿਸਟ ਦੇਖੋ, ਚਾਵਲਾ ਜੀ ਜਰਨਲਿਸਟ ਹੈ, ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਮੇਰੀ ਬੇਨਤੀ ਮੰਨ ਕੇ ਉਹ ਵੀ ਪੈਨਲ 'ਚ ਜੁੜੇ ਆ, ਆਪਾਂ ਉਹਨਾਂ ਦੀ ਰਾਏ ਵੀ ਜ਼ਰੂਰ ਲੈਣੀ ਹੈ। ਚਾਵਲਾ ਜੀ ਜਿਹੜਾ ਢਿੱਲੋਂ ਸਾਹਿਬ ਦਾ ਕਹਿਣਾ ਹੈ ਕਿ ਇਦਾਂ ਦੀਆਂ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਉਹ ਆਮ ਲੋਕਾਂ ਨੂੰ ਪੁੱਛਣ ਦੀ ਕੋਈ ਗੱਲ ਨਹੀਂ, ਕਿਉਂਕਿ ਆਮ ਲੋਕਾਂ ਨੂੰ ਥੋੜੀ ਪਤਾ ਹੁੰਦਾ ਕਿ ਕੀ ਗੜਬੜ ਹੋਣ ਜਾ ਰਹੀ ਹੈ। ਤੁਹਾਨੂੰ ਤਾਂ ਲੱਗਦਾ ਤੁਸੀਂ ਜਰਨਲਿਸਟ ਹੋ, ਬੜੀਆਂ ਖਬਰਾਂ ਕੱਢਦੇ ਹੋ, ਤੁਸੀਂ ਜ਼ਰੂਰ ਇਸ ਮੁੱਦੇ ਤੇ ਗੱਲ ਕਰੋ ਜੀ। ਬਿਲਕੁਲ ਜਗਤਾਰ ਜੀ, ਢਿੱਲੋਂ ਸਾਹਿਬ ਨੂੰ ਪਹਿਲੇ ਤੇ ਮੈਂ ਇਹ ਕਹਾਂਗਾ ਕਿ ਜਿਹੜਾ ਇਹ ਵਰਡ ਯੂਜ਼ ਕਰ ਰਿਹਾ ਕਿ ਲਗਾਤਾਰ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਦੇਸ਼ ਦੀ ਸੁਰੱਖਿਆ ਹਰ ਕਿਸੇ ਨੂੰ ਪਿਆਰੀ ਹੈ, ਹਰ ਇੱਕ ਇਨਸਾਨ ਉਸ ਨੂੰ ਪਿਆਰੀ ਹੈ ਜਿਹੜਾ ਦੇਸ਼ ਵਾਸੀ। ਬੇਸਿਕਲੀ ਇਹ ਚੀਜ਼ ਢਿੱਲੋਂ ਸਾਹਿਬ ਤੁਹਾਨੂੰ ਸਮਝ ਨਹੀਂ ਪਾਊਗੀ ਕਿ ਦੇਸ਼ ਦੀ, ਦੇਖੋ ਮੈਨੂੰ ਹੁਣ ਗੱਲ ਕਰ ਲੈਣ ਦਿਓ। ਦੇਖੋ ਜੇ ਢਿੱਲੋਂ ਸਾਹਿਬ ਤੁਸੀਂ ਆਪਣੀ ਇੰਨੀ ਗੱਲ ਰੱਖੀ, ਮੈਂ ਕੁਝ ਨਹੀਂ ਬੋਲਿਆ ਵਿੱਚ ਜੀ। ਢਿੱਲੋਂ ਸਾਹਿਬ ਤੁਸੀਂ ਦੇਸ਼ ਦੀ ਸੁਰੱਖਿਆ ਹਰ ਇੱਕ ਇਨਸਾਨ ਨੂੰ ਪਿਆਰੀ ਹੈ। ਬੇਸਿਕਲੀ ਹੁਣ ਰੀਜ਼ਨ ਬੀਇੰਗ ਇਹ ਹੈ ਕਿ ਅੱਜ ਤੁਸੀਂ ਇਹ ਚੀਜ਼ ਨੂੰ ਪਹਿਲਾਂ ਹੀ ਲੋਕਾਂ ਦੇ ਵਿੱਚ ਕਲੀਅਰ ਆਊਟ ਕਰ ਦਿੰਦੇ। ਜੇ ਪੰਜਾਬ, ਮੈਂ ਇਹੀ ਤੇ ਕਹਿ ਰਿਹਾ ਤੁਹਾਨੂੰ, ਮੈਂ ਇਹ ਥੋੜਾ ਕਹਿ ਰਿਹਾ ਕਿ ਤੁਸੀਂ ਪੰਜਾਬ ਦੇਖੋ, ਸੈਂਟਰਲ ਫੋਰਸਿਸ ਕੋਈ ਵੀ ਸੈਂਟਰਲ ਫੋਰਸਿਸ, ਤੁਸੀਂ ਦੇਸ਼ ਦੀ ਬੀਐਸਐਫ ਦੀ ਗੱਲ ਕਹੀ ਹੈ, ਫੌਜ ਦੀ ਗੱਲ ਕਹੀ ਹੈ, ਕੋਈ ਵੀ ਸੈਂਟਰਲ ਫੋਰਸਿਸ, ਕਿਸੇ ਤਰ੍ਹਾਂ ਦੀਆਂ ਸੈਂਟਰਲ ਫੋਰਸਿਸ ਦੇਸ਼ ਦੇ ਕਿਸੇ ਵੀ ਕਾਰਨਰ ਤੇ ਜਾ ਕੇ ਆਪਣੀ ਡਿਊਟੀ ਨਿਭਾ ਸਕਦੀਆਂ। ਦੇਸ਼ ਨੂੰ ਜਦੋਂ ਵੀ ਇੰਟੈਲੀਜੈਂਸ ਨੂੰ ਕੋਈ ਵੀ ਖਦਸ਼ਾ ਲੱਗ ਰਿਹਾ ਜਾਂ ਕੋਈ ਵੀ ਇਨਪੁਟਸ ਹੈਗੀਆਂ, ਜੋ ਇੰਟੈਲੀਜੈਂਸ ਦੱਸ ਰਹੀ ਹੈ ਉਹਦੇ ਅਕੋਰਡਿੰਗਲੀ ਉਹ ਵਰਕ ਕਰਦੀਆਂ, ਆਲਰੇਡੀ ਕਰਦੀਆਂ। ਇਹ ਕੋਈ ਤੈਅ ਨਹੀਂ ਹੈ 50 ਕਿਲੋਮੀਟਰ, ਪਹਿਲਾਂ ਵੀ ਕਰਦੀਆਂ ਰਹੀਆਂ, ਹੁਣ ਵੀ ਕਰਦੀਆਂ ਔਰ ਅੱਗੇ ਵੀ ਕਰਦੀਆਂ ਰਹਿਣਗੀਆਂ। ਔਰ ਦੇਖੋ ਉਹਦੇ ਵਿੱਚ ਇੱਕ ਪ੍ਰੋਟੋਕੋਲ ਹੈ। ਜਦੋਂ ਪੰਜਾਬ ਨੂੰ ਲੱਗਦਾ ਹੈ, ਪੰਜਾਬ ਪੁਲਿਸ ਨੂੰ ਲੱਗਦਾ ਕਿ ਬੀਐਸਐਫ ਨਾਲ ਕੋਈ ਆਪਾਂ ਇਨਪੁਟਸ ਦੇਣੀਆਂ ਤੇ ਦੇ ਆਰ ਗਿਵਿੰਗ ਇਟ। ਬੀਐਸਐਫ ਪੰਜਾਬ ਪੁਲਿਸ ਨੂੰ ਦੇ ਰਹੀ ਹੈ, ਐਸਟੀਐਫ ਕੰਮ ਕਰ ਰਿਹਾ ਪੰਜਾਬ ਪੁਲਿਸ ਦਾ, ਸਾਰਾ ਨੈਕਸਸ ਨੂੰ ਤੋੜਿਆ ਜਾ ਰਿਹਾ, ਨਸ਼ੇ ਨੂੰ ਇੰਨੇ ਜ਼ਿਆਦਾ ਕਲੇਮ ਕੀਤੇ ਗਏ ਆ, ਸਮਗਲਿੰਗ ਦੇ ਜਿਹੜੇ ਆ ਪਿੱਛੇ ਤਸਕਰੀਆਂ ਜਿੰਨੀਆਂ ਵੀ ਹੋਈਆਂ। ਮੈਂ ਬੀਐਸਐਫ ਦੇ ਵੀ ਸਲੂਟ ਆਫ ਕਰੂੰਗਾ ਕਿ ਮੇਰੇ ਇਹ ਪਿਛਲੇ ਹਫਤੇ ਦੇ ਵਿੱਚ ਹੀ ਇੱਕ ਦਿਨ ਦੇ ਵਿੱਚ ਇੱਕ ਸ਼ਾਮ ਦੀ 7:30 ਤੋਂ 8 ਵਜੇ ਦੀ ਘਟਨਾ ਦੇ ਵਿੱਚ 3 BOP ਦੇ ਵਿੱਚ ਲਗਾਤਾਰ ਡਰੋਨ ਦੀ ਐਕਟੀਵਿਟੀਜ਼ ਦੇਖੀ ਗਈਆਂ। ਤਿੰਨਾਂ ਨੂੰ ਨਾਕਾਮ ਕੀਤਾ ਗਿਆ, ਤਿੰਨਾਂ ਦੇ ਡਰੋਨਸ ਵਾਪਸ ਭੇਜੇ ਗਏ। ਇੱਥੋਂ ਤੱਕ ਕਿ ਉੱਥੇ ਲੇਡੀਜ਼ ਕਾਂਸਟੇਬਲ ਸੀ ਬੀਐਸਐਫ ਦੀਆਂ, ਉਹਨਾਂ ਨੇ ਫਾਇਰ ਕੀਤੇ ਉੱਥੇ। ਸਲੂਟ ਆਫ ਟੂ ਬੀਐਸਐਫ ਆਪਣਾ ਕੰਮ ਘੱਟ ਨਹੀਂ ਕਰ ਰਹੀ। ਮੈਂ ਬੀਐਸਐਫ ਜਾਂ ਸੈਂਟਰਲ ਫੋਰਸਿਸ ਨੂੰ ਕੁਐਸਚਨ ਨਹੀਂ ਖੜਾ ਕਰ ਰਿਹਾ। ਕੁਐਸਚਨ ਇੱਥੇ ਇਹ ਹੈ ਕਿ ਲੋਕਾਂ ਨੂੰ ਐਵੀਡੈਂਸ ਕਿਉਂ ਨਹੀਂ, ਕੋਈ ਵੀ ਕੰਮ ਜਦੋਂ ਕੇਂਦਰ ਦੀ ਸਰਕਾਰ ਕਰ ਰਹੀ ਹੈ। ਜੇ ਖੇਤੀ ਕਾਨੂੰਨਾਂ ਦੀ ਤੁਸੀਂ ਗੱਲ ਕੀਤੀ ਕਿ ਖੇਤੀ ਕਾਨੂੰਨ, ਉਹ ਕਾਨੂੰਨ ਨੇ ਇਹ ਸੈਂਟਰਲ ਫੋਰਸਿਸ ਤੇ ਖੇਤੀ ਕਾਨੂੰਨ ਵੀ ਤੁਸੀਂ ਇੰਪਲੀਮੈਂਟ ਕਰ ਦਿੰਦੇ। ਲੋਕਾਂ ਨੂੰ ਖਦਸ਼ੇ ਅੱਜ ਤੱਕ ਸਤਾ ਰਹੇ। 1.5 ਸਾਲ ਤੋਂ ਲੋਕ ਦਿੱਲੀ ਬਰੂਆਂ ਦੇ ਉੱਤੇ, ਪੰਜਾਬ ਦਾ ਹਰ ਇੱਕ ਕਿਸਾਨ, ਹਰ ਇੱਕ ਨੌਜਵਾਨ, ਹਰ ਇੱਕ ਬੰਦਾ ਉੱਥੇ ਬਰੂਹਾਂ ਤੇ ਬੈਠਾ, ਉਹ ਆਪਣੇ ਘਰ-ਬਾਰ ਛੱਡ ਕੇ, ਤੁਸੀਂ ਉਹਨਾਂ ਦੇ ਖਦਸ਼ੇ 1.5 2 ਸਾਲ ਦੇ ਵਿੱਚ ਨਹੀਂ ਕਲੀਅਰ ਕਰ ਪਾਏ। ਅੱਜ ਇੱਕਦਮ ਹੀ ਇੱਕ ਫੈਸਲਾ ਹੋਰ ਦੂਜਾ ਜਦੋਂ ਲੈ ਕੇ ਆਉਂਦੇ ਹੋ ਤਾਂ ਉਹ ਚੀਜ਼ ਸੁਭਾਵਕ ਹੈ ਕਿ ਓਪੋਜੀਸ਼ਨ ਵੀ ਬੋਲੇਗੀ, ਲੋਕਾਂ ਦੇ ਮਨ 'ਚ ਵੀ ਡਰ ਹੋਵੇਗਾ। ਤੁਸੀਂ ਪਹਿਲਾਂ ਗੁਰਬੀਰ ਜੀ ਕੱਢਣ ਲਈ ਕਮਿਊਨੀਕੇਟਿੰਗ ਕਰੋ। ਜੀ ਗੁਰਬੀਰ ਜੀ ਇੱਕ ਸਵਾਲ ਜਰਾ ਢਿੱਲੋਂ ਸਾਹਿਬ ਆ ਰਹੇ। ਜੀ ਜਗਤਾਰ ਢਿੱਲੋਂ ਸਾਹਿਬ ਆ ਰਹੇ।
ਢਿੱਲੋਂ ਸਾਹਿਬ ਮੈਂ ਆ ਰਿਹਾ ਗੁਰਪ੍ਰੀਤ ਜੀ ਇੱਕ ਕਿਸੇ ਵੀ ਸਟੇਟ ਨੇ ਇਦਾਂ ਦਾ ਕੋਈ ਡਿਬੇਟ ਨਹੀਂ ਹੋ ਰਹੀ ਜਿਹੜੀ ਆਪਾਂ ਇੱਥੇ ਬੈਠੇ ਅੱਜ ਕਰਦੇ ਨੇ। ਓਕੇ ਓਕੇ ਜੀ ਢਿੱਲੋਂ ਸਾਹਿਬ ਜੀ 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 ਚਲੋ ਇਸ਼ੂ ਵੀ ਉੱਥੇ ਵੀ ਡਿਬੇਟ ਨਹੀਂ ਹੋ ਰਹੀ। ਓਕੇ ਪਰ ਸਾਡੇ ਆਦਤ ਹੈ ਪਤਾ ਨਹੀਂ ਅਸੀਂ ਕਿਉਂ ਜਾਣਬੁੱਝ ਕੇ ਉਹਨਾਂ ਨੂੰ ਪ੍ਰੋਬਲਮ ਹੀ ਨਹੀਂ। ਇੱਕ ਗੱਲ ਮੇਰੀ ਸੁਣੋ, ਜਦੋਂ ਸੀਏਏ ਦਾ ਕਾਨੂੰਨ ਆਇਆ ਇੱਥੇ ਖਦਸ਼ੇ ਆ ਜੀ, ਮਾਹੌਲ ਖਰਾਬ ਕਰਕੇ ਦਿੱਲੀ ਬੰਦਕ ਬਣਾ ਲਈ, ਸਾਲ ਬੰਦਕ ਬਣਾਈ ਰੱਖੀ ਦਿੱਲੀ। ਸੀਏਏ ਦੇ ਵਿੱਚ ਕੀ ਸੀਗਾ? ਅੱਜ ਸੀਏਏ ਵਾਲਾ ਨਾ ਕੰਮ ਕੀਤਾ ਹੁੰਦਾ। ਚਲੋ ਆਪਾਂ ਉਸ ਇਸ਼ੂ ਦੇ ਉੱਤੇ ਆਪਾਂ ਢਿੱਲੋਂ ਸਾਹਿਬ ਆਪਾਂ ਮੁੱਦੇ ਤੇ ਇਸੇ ਮੁੱਦੇ ਤੇ ਬਹੁਤ ਗੱਲ ਕਰ ਢਿੱਲੋਂ ਸਾਹਿਬ ਦੇਖੋ ਪਾਕਿਸਤਾਨ ਚੋਂ ਢਿੱਲੋਂ ਸਾਹਿਬ ਤੁਹਾਡੀ ਗੱਲ ਆ ਗਈ। ਸੀਏਏ ਨੂੰ ਬਦਨਾਮ ਕਰਨ ਲਈ ਇਹਨਾਂ ਨੇ ਉਦੋਂ ਖਦਸ਼ੇ ਲੋਕਾਂ ਦੇ ਦਿਮਾਗ 'ਚ ਪਾਏ, ਫਿਰ ਖੇਤੀ ਦੇ ਕਾਨੂੰਨ ਆਉਂਦੇ ਨੇ ਤਾਂ ਇਹਨਾਂ ਨੇ ਖਦਸ਼ੇ ਉਹਨਾਂ ਦੇ ਦਿਮਾਗ 'ਚ ਪਾਏ, ਜਦ ਕਿ ਕੰਟਰੈਕਟ ਫਾਰਮਿੰਗ ਬੜੀ ਦੇਰ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਨਹਿਰੂ ਲੈ ਕੇ ਆਏ ਸੀ ਖੇਤੀ ਦੇ ਇਹਨਾਂ ਮੁੱਦਿਆਂ ਤੇ ਆਪਾਂ ਗੱਲ ਰਾਜੀਵ ਗਾਂਧੀ ਲੈ ਕੇ ਆਇਆ ਜੀ ਢਿੱਲੋਂ ਸਾਹਿਬ ਜੀ ਢਿੱਲੋਂ ਜੀ ਬਿਲਕੁਲ ਜੀ ਤੁਹਾਡੀ ਜੀ ਢਿੱਲੋਂ ਸਾਹਿਬ ਤੁਹਾਡੀ ਗੱਲ ਆ ਗਈ। ਢਿੱਲੋਂ ਸਾਹਿਬ ਫਿਰ ਬਰਾਬਰ ਬੋਲ ਕੇ ਆਪਣੀ ਗੱਲ ਨਹੀਂ ਆਏਗੀ ਢਿੱਲੋਂ ਸਾਹਿਬ ਠੀਕ ਹੈ ਤੁਹਾਡੀ ਗੱਲ ਆ ਗਈ ਹੈ। ਗੱਲ ਆਉਣ ਸਿੱਧੂ ਸਾਹਿਬ ਪਿੱਛੇ ਆ ਗਈ ਕਹਿ ਕੇ ਤੁਸੀਂ ਗੱਲ ਦੱਬ ਜਾਂਦੀ ਹੈ ਸਾਰੀ। ਨਹੀਂ ਸਾਰਿਆਂ ਦੇ ਬਾਕੀ ਦੇ ਕਮੈਂਟਸ ਲੈ ਬਾਕੀ ਦੇ ਕਮੈਂਟਸ ਲੈ ਲਾਂ ਮੈਂ ਬਾਕੀਆਂ ਦੇ ਕਮੈਂਟਸ ਲੈ ਲਾਂ ਢਿੱਲੋਂ ਸਾਹਿਬ। ਦੇਸ਼ ਦੇ ਲੋਕਾਂ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਹਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦ ਕਿ ਗੱਲ ਵਿੱਚੋਂ ਕੁਝ ਵੀ ਨਹੀਂ ਹੁੰਦੀ। ਉਹ ਸਿਰਫ ਸਿਕਿਉਰਿਟੀ ਦਾ ਮਸਲਾ ਹੈ। ਸਿਕਿਉਰਿਟੀ ਵਾਲੇ ਦੇਖਣਗੇ ਤੁਸੀਂ ਵਿੱਚੋਂ ਕੀ ਹੈ, ਆਪਾਂ ਰਾਜਨੀਤੀ ਕਰਨ ਦੀ ਲੋੜ ਹੈ ਇਹਦੇ 'ਚ। ਪੂਰੇ ਦੇਸ਼ ਦੇ ਵਿੱਚ ਹੋ ਰਿਹਾ, ਪੰਜਾਬ 'ਚ ਨਹੀਂ ਹੋ ਰਿਹਾ। ਕੋਈ ਸਟੇਟ ਨਹੀਂ ਬੋਲ ਰਹੀ ਪੰਜਾਬ ਨੂੰ ਕਿਹੜਾ ਅੱਡ ਵੱਖਰੇ ਐਂਗਲ ਨਾਲ ਵੇਖਿਆ ਜਾਵੇ। ਢਿੱਲੋਂ ਸਾਹਿਬ ਹੁਣ ਤਾਂ ਦੇਖੋ ਤੁਸੀਂ ਸਭ ਤੋਂ ਵੱਧ ਗੱਲ ਕਹਿ ਲਈ ਹੈ, ਸਭ ਤੋਂ ਵੱਧ ਸਮਾਂ ਤੁਹਾਨੂੰ ਦਿੱਤਾ ਗਿਆ। ਮੈਂ ਹੁਣ ਦੂਜੇ ਕੇਸਾਂ ਦੀ ਗੱਲ ਆਪਾਂ ਦੂਜੇ ਮਹਿਮਾਨਾਂ ਦੀ ਗੱਲ ਵੀ ਲੈ ਲਈਏ। ਮਿਹਰਬਾਨੀ ਤੁਹਾਡਾ ਵਿਊ ਪੁਆਇੰਟ ਆ ਗਿਆ ਜੀ। ਮਿੱਠਾ ਸਾਹਿਬ ਜਿਸ ਮੁੱਦੇ ਤੇ ਗੱਲ ਕਰਦੇ ਆ, ਪੰਜਾਬ ਦਾ ਜਿਹੜਾ ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ 50 ਕਿਲੋਮੀਟਰ ਤੱਕ ਦਾ। ਦੇਸ਼ ਤਾਂ ਸਾਰਿਆਂ ਨੂੰ ਪਿਆਰਾ ਹੈ, ਪਰ ਢਿੱਲੋਂ ਸਾਹਿਬ ਇਹ ਕਹਿ ਰਿਹਾ ਕਿ ਤੁਸੀਂ ਕਿਉਂ ਖਿਲਵਾੜ ਕਰ ਰਹੇ ਹੋ ਦੇਸ਼ ਦੀ ਏਕਤਾ ਦੇ ਨਾਲ ਤੇ ਸਿਕਿਉਰਿਟੀ ਦੇ ਨਾਲ। ਇਹੋ ਜਿਹੇ ਮਸਲੇ ਇਹ ਜਾਲੀ ਤੌਰ ਤੇ ਮਾਹੌਲ ਪੈਦਾ ਕੀਤਾ ਜਾ ਰਿਹਾ ਵਿਰੋਧੀ ਤਰ੍ਹਾਂ ਵੱਲੋਂ। ਢਿੱਲੋਂ ਜੀ ਦਾ ਕਹਿਣਾ ਜੀ। ਮਿੱਠਾ ਸਾਹਿਬ ਦੇਖੋ ਇਹਨਾਂ ਦੇ ਕਹਿਣ ਨਾਲ, ਇਹਨਾਂ ਦੇ ਰੌਲਾ ਪਾਉਣ ਨਾਲ, ਇਹਨਾਂ ਦੇ ਇਸ ਤਰ੍ਹਾਂ ਜਬਰੀ ਜਿਹੜੀ ਹੈ ਉਹ ਆਪਦੀ ਗੱਲ ਥੋਪ ਦੇਣ ਦੇ ਨਾਲ ਇਹ ਮਸਲਾ ਜਿਹੜਾ ਹੈ ਉਹ ਕੋਈ ਡਿਫਿਊਜ਼ ਨਹੀਂ ਹੋ ਜਾਣਾ। ਇਸ ਦੇ ਜਿਹੜੇ ਪਹਿਲੂ ਨੇ ਉਹ ਪਹਿਲੂ ਆਪਾਂ ਕਾਫੀ ਡਿਸਕਸ ਕੀਤੇ ਨੇ ਔਰ ਹੋਰ ਵੀ ਕਰਨੇ ਸਨ। ਪਰ ਗੱਲ ਜਿੱਥੇ ਆਪਾਂ ਇਸ ਖਦਸ਼ੇ ਦੀ ਗੱਲ ਕਰਦੇ ਹਾਂ ਉੱਥੇ ਕਿਉਂਕਿ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਸੇ ਵੀ ਰੂਲਿੰਗ ਪਾਰਟੀ ਦਾ ਔਰ ਖਾਸ ਕਰਕੇ ਪ੍ਰਾਈਮ ਮਿਨਿਸਟਰ ਔਰ ਜਿਹੜੇ ਗ੍ਰਹਿ ਮੰਤਰੀ ਦਾ, ਉਹਨਾਂ ਦਾ ਕੰਡਕਟ ਜਿਹੜਾ ਹੈ ਔਰ ਉਹਨਾਂ ਦੀ ਭਰੋਸੇਯੋਗਤਾ ਹੈ, ਜਿਹੜੀ ਉਹਨਾਂ ਦੇ ਉੱਤੇ ਵਿਸ਼ਵਾਸ ਲੋਕਾਂ ਨੇ ਕਰਨਾ ਹੁੰਦਾ ਹੈ। ਇਹ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਜਿਹੜੇ ਗ੍ਰਹਿ ਅਮਿਤ ਸ਼ਾਹ, ਇਹਨਾਂ ਨੇ ਉਹ ਜਿਹੜਾ ਭਰੋਸਾ ਆਪਦਾ ਗਵਾਇਆ ਹੋਇਆ ਹੈ। ਇਹਨਾਂ ਦੀ ਗੱਲ ਦੇ ਉੱਤੇ ਬਿਲਕੁਲ ਕਤਈ ਯਕੀਨ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ। ਔਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੈਂ ਫਿਰ ਵਾਰ-ਵਾਰ ਇਹ ਗੱਲ ਕਹਿਣਗੇ ਕਿ ਕਿਸਾਨੀ ਦੀ ਗੱਲ ਕੀਤੀ ਜਾਂਦੀ ਹੈ। ਕਿਸਾਨੀ ਕਰਕੇ ਕਰਨੀ ਪਏਗੀ ਕਿ ਇਹਨਾਂ ਦਾ ਜਿਹੜਾ ਇਹਨਾਂ ਦਾ ਕਿਸਾਨਾਂ ਪ੍ਰਤੀ ਜਿਹੜਾ ਇੱਕ ਹੱਥ ਵਾਲਾ ਰਵੱਈਆ ਹੈ, ਉਸ ਹੱਥ ਵਾਲੇ ਰਵੱਈਏ ਤੋਂ ਇਹ ਜਾਪਦਾ ਹੈ ਕਿ ਇਹ ਕਰਾਰ ਦਾ ਆਪਣਾ ਸਾਮਰਾਜ ਜਿਹੜਾ ਹੈ ਉਹ ਡਿਵੈਲਪ ਕਰਨਾ ਚਾਹੁੰਦੇ ਹੋ। ਆ ਗਈ ਤੁਹਾਡੀ ਮਿੱਠਾ ਸਾਹਿਬ ਗੱਲ ਆ ਗਈ ਜੀ। ਢਿੱਲੋਂ ਸਾਹਿਬ ਦੋ ਲਾਈਨਾਂ ਦਾ ਕਮੈਂਟ ਇਸ ਮੁੱਦੇ ਦੇ ਉੱਤੇ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਲੋਕਾਂ ਦੇ ਖਦਸ਼ੇ ਆ ਜਾਂ ਜੋ ਇਸ਼ੂ ਉੱਠ ਕੇ ਆ ਰਿਹਾ ਹੈ ਉਹਨਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਣਾ ਜ਼ਰੂਰੀ ਹੈ। ਪੰਜਾਬ ਸਰਕਾਰ ਹੈ ਉਹਦੇ ਨਾਲ ਮੀਟਿੰਗ ਹੋ ਸਕਦੀ ਹੈ, ਕੋਈ ਹੋਰ ਇਸ ਤਰ੍ਹਾਂ ਦਾ ਢੰਗ ਤਰੀਕਾ ਅਪਣਾਇਆ ਜਾ ਸਕਦਾ ਹੈ। ਜੇ ਕੋਈ ਖਦਸ਼ਾ ਹੈ ਤਾਂ ਖਦਸ਼ਾ ਦੂਰ ਦਾ ਕੀਤਾ ਜਾਣਾ ਚਾਹੀਦਾ। ਢਿੱਲੋਂ ਸਾਹਿਬ ਲਾਸਟ ਕਮੈਂਟ ਤੁਹਾਡੇ ਜੀ। ਢਿੱਲੋਂ ਜੀ ਇੱਕ ਕੋਈ ਵੀ ਫੈਸਲਾ ਹੁੰਦਾ ਹੈ ਸਿੱਧੂ ਸਾਹਿਬ, ਫੈਸਲਾ ਹੁੰਦਾ ਕਿਸੇ ਹੋਰ ਐਂਗਲ ਤੋਂ, ਉਹਨੂੰ ਬਣਾ ਕੇ ਕਾਂਗਰਸ ਦੀ ਸਰਕਾਰ ਜਾਂ ਆਮ ਆਦਮੀ ਵਾਲੇ ਜਾਂ ਹੋਰ ਜਿਹੜੇ ਆਪੋਜੀਸ਼ਨ ਵਾਲੇ ਨੇ ਉਹਦਾ ਹੋਰ ਹੀ ਕੁਝ ਬਣਾ ਲੈਂਦੇ ਆ ਕਿ ਇਹਨਾਂ ਦੇ ਪਿੱਛੇ ਜੀ ਇਹਨਾਂ ਦੇ ਦਿਮਾਗ 'ਚ ਆ ਹੈ ਕਿਉਂਕਿ ਇਹਨਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਨੇ ਦੇਸ਼ ਦੇ ਵਿੱਚ। ਇਹਨਾਂ ਨੇ ਕਾਂਗਰਸ ਵਾਲਿਆਂ ਨੇ ਐਮਰਜੈਂਸੀ ਲਾਈ ਹੈ, ਲੋਕਾਂ ਨੂੰ ਜਬਰਨ ਫੜ ਕੇ ਜੇਲ੍ਹਾਂ 'ਚ ਪਾਇਆ, ਲੋਕਾਂ ਦੇ ਦਿੱਤੇ ਨੇ। ਇਹਨਾਂ ਦੇ ਬੈਕ ਆਫ ਮਾਈਂਡ ਉਹ ਤੁਸੀਂ ਸਮਝਾ ਦਿਓ ਤੁਸੀਂ ਡਰੋਨ ਦਾ ਸਹਾਰਾ ਲੈ ਰਹੇ ਹੋ ਇਸ ਵਾਸਤੇ। ਡਰੋਨ ਕਰਕੇ 50 ਕਿਲੋਮੀਟਰ ਦਾ ਘੇਰਾ ਹੁੰਦਾ, ਤੁਸੀਂ ਸਮਝਾ ਦਿਓ ਕਿਸੇ ਦੇ ਜੱਜ ਦੀ ਗੱਲ। ਹੁਣ ਦੇਖੋ ਕੀ ਗੱਲ, ਹੁਣ ਉਹ ਜ਼ਖਮੀ ਦਾ ਥਾਂ ਤੇ ਹੱਥ ਰੱਖਿਆ ਗਿਆ, ਦੁੱਖ ਦੀ ਰਗ ਤੇ ਰੱਖਿਆ ਗਿਆ। ਓਕੇ ਥੈਂਕ ਯੂ। ਇੱਕ ਮਿੰਟ ਰੁਕੋ। ਜੀ ਗੱਲ ਆ ਗਈ। ਸਭ ਕੁਝ ਕੀਤਾ
ਇਹਨਾਂ ਨੇ Okay. ਕਾਂਗਰਸ ਵਾਲਿਆਂ ਨੇ ਸਭ ਕੁਝ ਕੀਤਾ ਹੈ। ਆਪਾਂ ਕਿਤੇ ਫੇਰ ਇਸ ਮੁੱਦੇ ਤੇ ਗੱਲ ਲੋਕਾਂ ਨੂੰ ਜੇਲ੍ਹਾਂ 'ਚ ਸਮਾਂ ਪਾ ਨਹੀਂ ਕੇ ਹੈ। ਇਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕ੍ਰਿਤ ਕੀਤੇ ਨੇ। Okay, ਤਾਂ ਇਹਨਾਂ ਦੇ emergency ਦੀ ਗੱਲ ਹੁਣ ਨਹੀਂ ਹੈ। ਕਿ ਬੀਜੇਪੀ ਸ਼ਾਇਦ ਐਵੇਂ ਕਰਨ ਵਾਲੀ ਹੈ, ਪਰ ਬੀਜੇਪੀ Thank you, ਤੁਹਾਡੀ ਗੱਲ ਆ ਗਈ। ਜਿਹਦੇ 'ਚ ਦੇਸ਼ Thank you. ਹਿੱਤ ਨਾ ਹੋਵੇ। ਜਿੱਦੀ ਬੀਜੇਪੀ ਹੈ, ਜਿੱਦੀ ਤੜੀ ਪਾਰ ਜਿਹੜਾ ਹੈ ਉਹ ਜਿਹੜਾ ਗ੍ਰਹਿ ਮੰਤਰੀ ਹੈ ਇਸ ਲਈ ਖਦਸ਼ੇ ਨੇ। ਪਬਲਿਕ ਦਾ ਨੁਕਸਾਨ ਨਹੀਂ ਕਰਦੀ। ਓਕੇ ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ, ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਮੈਂ ਜਰਨਲਿਸਟ ਜਿਹੜੇ ਕਿ ਚਾਹ ਜਿਹੜਾ ਭਲਾ ਕੀਤਾ ਹੈ, ਜੀ ਜਿਹੜਾ ਇਹਨਾਂ ਸਾਰੇ ਭਲਾ ਕੀਤਾ ਹੈ, ਤੁਸੀਂ ਆਪਣੇ ਨਿੱਜੀ ਕੋਈ ਭਲਾ ਨਹੀਂ ਕੀਤਾ ਤੁਸੀਂ। ਚਲੋ ਸਾਹਿਬ ਮੈਂ ਹੁਣ ਇਦਾਂ ਬਿਲਕੁਲ ਇਦਾਂ ਗੱਲ ਨਹੀਂ ਆਏਗੀ, ਇਦਾਂ ਗੱਲ ਨਹੀਂ ਆਏਗੀ, ਇਦਾਂ ਗੱਲ ਨਹੀਂ ਆਏਗੀ। ਜਗਤਾਰ ਜੀ। ਚਲੋ ਸਾਹਿਬ ਗੱਲ ਨਹੀਂ ਆਏਗੀ, ਚਲੋ ਸਾਹਿਬ ਗੱਲ ਨਹੀਂ ਆਏਗੀ। ਚਾਵਲਾ ਜੀ ਦੇ ਓਕੇ ਚਾਵਲਾ ਜੀ ਲਾਸਟ ਕਮੈਂਟ ਜਿਹੜਾ ਹੈਗਾ, ਤੁਸੀਂ ਬੀਇੰਗ ਅ ਜਰਨਲਿਸਟ ਇਸ ਚੀਜ਼ ਦੇ ਆਖਰੀ ਦੋ ਲਾਈਨਾਂ, ਇਸ ਤੋਂ ਬਾਅਦ ਆਪਾਂ ਲਵਾਂਗੇ ਇਜਾਜ਼ਤ। ਜੀ ਚਾਵਲਾ ਜੀ। ਦੇਖੋ ਮੈਂ ਇਹੀ ਬੇਨਤੀ ਕਰਾਂਗਾ ਪੋਲੀਟੀਕਲ ਪਾਰਟੀਆਂ ਨੂੰ, ਦੋ ਮੇਨ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਬੈਠੇ ਨੇ, ਪੋਲਿਟਿਕਸ ਤੁਸੀਂ ਨਾ ਕਰੋ। ਤੁਸੀਂ ਵੀ ਕਹਿ ਰਹੇ ਹੋ ਨਾ ਢਿੱਲੋਂ ਸਾਹਿਬ ਕੀ ਪੋਲਿਟਿਕਸ ਕਰ ਰਹੀ ਹੈ ਕਾਂਗਰਸ, ਤੁਸੀਂ ਇਹੋ ਜਿਹਾ ਮੌਕਾ ਹੀ ਨਾ ਦਿਓ ਕਿ ਉਹ ਕੋਈ ਕਾਂਗਰਸ ਪੋਲਿਟਿਕਸ ਕਰੇ। ਜਦੋਂ ਇੱਕ ਸੂਬੇ ਦਾ ਮੁੱਖ ਮੰਤਰੀ ਬਣ ਜਾਂਦਾ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਤਾਂ ਉਹਦੀ ਪਹਿਲਾ ਜ਼ਿੰਮੇਵਾਰੀ ਉਸ ਦੇਸ਼ ਦੇ ਪ੍ਰਤੀ ਹੋ ਜਾਂਦੀ ਹੈ। ਉਹ ਦੇਸ਼ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਹੈ, ਨਾ ਕਿ ਬੀਜੇਪੀ ਦਾ ਜਾਂ ਕਾਂਗਰਸ ਦਾ ਮੁੱਖ ਮੰਤਰੀ ਹੈ। ਬੇਸਿਕਲੀ ਜਦੋਂ ਦੇਸ਼ ਪੰਜਾਬ ਦਾ ਸੂਬੇ ਦਾ ਮੁੱਖ ਮੰਤਰੀ ਜਾ ਕੇ ਮਿਲ ਕੇ ਆ ਰਿਹਾ, ਆਪਣੀ ਪ੍ਰੋਬਲਮ ਦੱਸ ਰਿਹਾ ਜਾਂ ਉਸ ਬਾਰਡਰ ਦੀ ਸਿਚੁਏਸ਼ਨ ਨੂੰ ਟੈਕਲ ਕਰਨ ਲਈ ਇੱਕ ਅਪੀਲ ਕਰ ਰਿਹਾ, ਤਾਂ ਉਹਦੇ ਹੀ ਸਟੇਟ ਦੇ ਵਿੱਚ ਜੇ ਕੁਝ ਐਸਾ ਇੰਪਲੀਮੈਂਟ ਕਰਨ ਜਾ ਰਿਹਾ ਤੇ ਕਮ ਸੇ ਕਮ ਕਮਿਊਨਿਟਿੰਗ ਤੇ ਹੋਣੀ ਚਾਹੀਦੀ ਹੈ ਨਾ। ਸਵਾਲ ਤੇ ਇੱਥੇ ਚੁੱਕਿਆ ਜਾ ਰਿਹਾ ਕਿ ਤੁਸੀਂ ਪੁੱਛਿਆ ਸਰਕਾਰ ਨੂੰ। ਚਾਵਲਾ ਜੀ ਮਿਹਰਬਾਨੀ ਜੇ ਸਰਕਾਰ ਨੂੰ ਪੁੱਛਿਆ ਹੁੰਦਾ, ਜੇ ਸਰਕਾਰ ਨੂੰ ਪੁੱਛਿਆ ਹੁੰਦਾ ਤਾਂ ਅੱਜ ਮੁੱਖ ਮੰਤਰੀ ਅੱਜ ਵਿਰੋਧ ਨਾ ਕਰਦੇ ਹੁੰਦੇ। ਅੱਜ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਸਮਝਾਉਂਦੇ ਹੁੰਦੇ ਕਿ ਤੁਹਾਡੇ ਭਲੇ ਵਾਸਤੇ ਹੈ, ਤੁਹਾਡੇ ਵੀ ਚੰਗਾ ਸੀ। ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਚਾਵਲਾ ਜੀ, ਢਿੱਲੋਂ ਸਾਹਿਬ ਜੀ ਹੁਣ ਆਪਾਂ ਗੱਲ ਕਹਿ ਲਈ ਤਿੰਨਾਂ ਮਹਿਮਾਨਾਂ ਦਾ। ਜੀ ਢਿੱਲੋਂ ਸਾਹਿਬ, ਚਾਵਲਾ ਜੀ, ਮਿੱਤਲ ਸਾਹਿਬ, ਤਿੰਨਾਂ ਹੀ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਪੰਜਾਬ 'ਚ BSF ਦਾ ਜਿਹੜਾ ਦਾਇਰਾ ਹੈ ਅਧਿਕਾਰ ਖੇਤਰ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ। ਇਹਦੇ ਨਾਲ ਦੇਸ਼ ਦੇ ਸੰਘੀ ਢਾਂਚੇ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਹੈ। ਜਿੱਥੋਂ ਤੱਕ ਸਵਾਲ ਹੈ ਵਿਰੋਧੀ ਤਰ੍ਹਾਂ ਦਾ ਸਵਾਲ ਉਠਾ ਰਹੀ ਹੈ, ਪਰ ਦੂਜੇ ਪਾਸੇ ਕੇਂਦਰ 'ਚ ਹਾਕਮਤ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੇਸ਼ ਦੇ ਜਿਹੜੇ ਸੂਬੇ ਹੈ ਉਹਨਾਂ ਦੇ ਅਧਿਕਾਰ ਇੰਨੇ ਨਾ ਖੋਲੇ ਜਾਣ ਕਿ ਉਹਨਾਂ ਨੂੰ ਮਿਊਨਿਸਪਲ ਕਮੇਟੀਆਂ ਬਣਾ ਦਿੱਤਾ ਜਾਵੇ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ, ਜਿੱਥੇ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ, ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।